ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਾਂ ਦੀ ਖਬਰ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪੇਸ਼ ਕਰਾਂਗੇ ਇਮਿਊਨਿਟੀ ਸਿਸਟਮ, ਯਾਨੀ ਕਿ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਰੀਰ ਦੀ ਸ਼ਕਤੀ ਹੈ ਉਸ ਦੇ ਪਿੱਛੇ ਦੇ ਕਾਰਨ ਕੀ ਨੇ ਤੇ ਉਹ ਇੰਨਾ ਵੱਡਾ ਹਊਆ ਕਿਉਂ ਬਣ ਗਿਆ ਕਿ ਅੱਜ ਜਿਹੜਾ ਉਹ ਉਸ ਨੂੰ ਲੈ ਕੇ ਕਰੋਨਾ ਨਾਮ ਦੀ ਬਿਮਾਰੀ ਦੇ ਵਿੱਚ, ਮਹਾਮਾਰੀ ਦੇ ਵਿੱਚ ਜਿਹੜਾ ਇਹਦਾ ਵੱਡੀ ਪੱਧਰ ਤੇ ਉੱਭਰ ਕੇ ਸਾਹਮਣੇ ਆਉਣਾ ਤੇ ਅੱਜ ਜਿਹੜੇ ਉਸ ਨੂੰ ਲੈ ਕੇ ਇੱਕ ਟੀਕਾ ਵੀ ਜਿਹੜਾ ਉਹ ਕੱਢਿਆ ਗਿਆ, ਜਿਸ ਟੀਕਾ ਜਿਹੜਾ ਹੁਣ ਉਹ ਲਾਜ਼ਮੀ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ। ਡਾਕਟਰ ਅਮਰ ਸਿੰਘ ਆਜ਼ਾਦ ਨੇ ਸਾਡੇ ਨਾਲ ਤੇ ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਯਾਨੀ ਇਮਿਊਨ ਸਿਸਟਮ ਜਿਹੜਾ ਹੈ ਬੋਡੀ ਦਾ, ਉਹ ਹੁੰਦਾ ਕੀ ਹੈ, ਇਹ ਕਿਵੇਂ ਘਟ ਜਾਂਦਾ ਹੈ ਤੇ ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਦਾ ਇਮਿਊਨ ਸਿਸਟਮ ਜਿਹੜਾ ਇਸ ਨੂੰ ਵਧਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਤੇ ਕੀ ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਯਾਨੀ ਇਮਿਊਨ ਸਿਸਟਮ ਜਿਹੜਾ ਉਹ ਉਹੀ ਇੱਕ ਕਾਰਨ ਹੁੰਦਾ ਬਿਮਾਰੀਆਂ ਸਰੀਰ ਨੂੰ ਚੰਬੜਨ ਦਾ, ਜਾਂ ਫਿਰ ਇਹਦੇ ਪਿੱਛੇ ਦੇ ਹੋਰ ਵੀ ਕਈ ਕਾਰਨ ਨੇ। ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲੈਣ ਲਈ ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨਾਲ ਗੱਲਬਾਤ ਕਰਾਂਗੇ ਤੇ ਇਹ ਸਮਝਾਂਗੇ ਕਿ ਆਖਰ ਇਹ ਸਾਰਾ ਚੱਕਰ ਜਿਹੜਾ ਉਹ ਹੈ ਕੀ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਹੈ ਕਿ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਇਮਿਊਨ ਸਿਸਟਮ ਜਿਹੜਾ ਬੋਡੀ ਦਾ ਉਹ ਘਟ ਜਾਂਦਾ ਹੈ, ਇਹ ਰੌਲਾ ਪੈ ਰਿਹਾ ਤੇ ਤਾਂ ਜਿਹੜੀਆਂ ਸਰੀਰ ਨੂੰ ਬਿਮਾਰੀਆਂ ਚਿੰਬੜਦੀਆਂ ਨੇ, ਮਹਾਮਾਰੀ ਜਿਹੜੀ ਆ ਉਹ ਵੀ ਇੱਕ ਵਧਣ ਦਾ ਕਾਰਨ ਵੀ ਹੈ ਇਮਿਊਨ ਸਿਸਟਮ ਘਟਣਾ। ਆਖਰ ਇਹ ਇਮਿਊਨ ਸਿਸਟਮ ਹੁੰਦਾ ਕੀ ਹੈ ਸਰੀਰ ਦੇ ਵਿੱਚ ਤੇ ਇਹ ਕਿਵੇਂ ਘਟ ਜਾਂਦਾ ਹੈ? ਕੁਲਵੰਤ ਜੀ, ਸਭ ਤੋਂ ਪਹਿਲਾਂ ਜਿਹੜਾ ਹੈ ਆਪਾਂ ਦੇਖੀਏ ਕਿ ਦੋ ਬਿਲਕੁਲ ਕੰਟਰਾਸਟ ਵਿਊ ਪੁਆਇੰਟ ਆਏ ਜੀ। ਇੱਕ ਪਾਸੇ ਜਦੋਂ ਸਾਰਾ ਕੰਮ ਸ਼ੁਰੂ ਹੋਇਆ ਤੇ ਮੁੱਖ ਧਾਰਾ ਮੀਡੀਆ ਨੇ ਤੇ ਮੁੱਖ ਧਾਰਾ ਸਰਕਾਰਾਂ ਨੇ ਬਹੁਤ ਵੱਡੇ ਪੱਧਰ ਤੇ ਡਰ ਫੈਲਾਇਆ ਜੀ, ਬਹੁਤ ਵੱਡਾ ਫੀਅਰ ਫੈਲ ਪਿਆ ਕਿ ਅਸੀਂ ਇੱਕ ਥਰ ਕੰਬਣ ਲੱਗ ਗਈ ਮਨੁੱਖਤਾ, ਜਿਹਨੂੰ ਕਹਿੰਦੇ ਆ, ਆਪਾਂ ਕਹਿ ਸਕਦੇ ਹਾਂ ਥਰ ਕੰਬਾਤੀ। ਇਹੋ ਜਿਹਾ ਵਰਤਾਰਾ ਮੇਰੇ ਖਿਆਲ 'ਚ ਕਿਸੇ ਨੇ ਆਪਣੀ ਯਾਦ ਜਿਹੜੀ ਪਿਛਲੇ ਅਨੇਕਾਂ ਦਹਾਕਿਆਂ 'ਚ ਨਹੀਂ ਦੇਖਿਆ ਹੋਣਾ। ਦੂਜੇ ਪਾਸੇ ਇੱਕ ਵਿਊ ਪੁਆਇੰਟ ਦੁਨੀਆ ਦੇ ਅੰਦਰ ਆਇਆ, ਜਿਹੜੇ ਘੱਟੋ ਘੱਟ 8-10 ਸਾਇੰਟਿਸਟਾਂ ਨੇ ਬੜੇ ਠੋਕ ਕੇ ਕਿਹਾ ਕਿ ਇਹ ਸਾਰੇ ਦਾ ਸਾਰਾ ਝੂਠ ਹੈ, ਇਹ ਕਿਤੇ ਨਾ ਕਿਤੇ ਆਮ ਜੀ ਬਿਮਾਰੀ ਹੈ, ਕੋਈ ਨਵੀਂ ਬਿਮਾਰੀ ਨਹੀਂ ਹੈ, ਇਹ ਨੋਇੰਗਲੀ ਜਾਣਬੁੱਝ ਕੇ ਇੱਕ ਸਿਸਟੇਮੈਟਿਕ ਢੰਗ ਦੇ ਨਾਲ ਫੈਲਾਇਆ ਗਿਆ ਝੂਠ ਹੈ। ਤਾਂ ਇਹਦਾ ਕੰਟਰਾਸਟ ਜਦੋਂ ਆਇਆ ਤਾਂ ਇਹ ਸਾਨੂੰ ਸੋਚਣਾ ਬਣਦਾ ਕਿ ਉਹਨਾਂ ਲੋਕਾਂ ਦੇ ਕਹਿਣ ਦੇ ਬਾਵਜੂਦ, 8-10 ਬੰਦਿਆਂ ਨੇ ਬਹੁਤ ਕਿਹਾ, ਉਹਦੇ ਬਾਵਜੂਦ ਮੁੱਖ ਧਾਰਾ ਜਿਹੜਾ ਸਾਰਾ ਮਨੁੱਖਤਾ ਹੈ ਉਹਦਾ ਇੱਕ ਬਹੁਤ ਵੱਡਾ ਹਿੱਸਾ ਮਿਸਲੀਡ ਹੋਇਆ ਕਿ ਉਹਨੇ ਉਹ ਜੋ ਫੈਲਾਇਆ ਗਿਆ ਝੂਠ ਉਹਨੂੰ ਸੱਚ ਮੰਨ ਲਿਆ। ਉਹ ਕਿਉਂ ਮੰਨਿਆ? ਕਿਉਂਕਿ ਜਿਹੜੀ ਸਾਡੀ ਸਮਝ ਹੈ ਅੱਜ ਤੱਕ ਵੀ ਜੋ ਸਿਲੇਬਸ ਦੇ ਅੰਦਰ ਪੜ੍ਹਾਈ ਜਾ ਰਹੀ ਹੈ, ਜੋ ਡਾਕਟਰੀ ਵਿਗਿਆਨ ਦੇ ਅੰਦਰ MBBS ਦੇ ਸਟੂਡੈਂਟਸ ਨੂੰ ਜਾਂ MD ਦੇ ਸਟੂਡੈਂਟਸ ਨੂੰ ਪੜ੍ਹਾਈ ਜਾਂਦੀ ਹੈ, ਉਹ ਕਿਤੇ ਨਾ ਕਿਤੇ ਆਊਟਡੇਟਡ ਹੈ, ਯਾਨੀ ਕਿ ਉਹ ਆਪਣਾ ਸਮਾਂ ਵਿਆ ਚੁੱਕੀ ਹੈ। ਉਹ ਸਮਝ ਅੱਜ ਤੋਂ 50-60-100 ਸਾਲ ਪੁਰਾਣੀ ਹੈ। ਅੱਜ 21ਵੀਂ ਸਦੀ ਦੇ ਅੰਦਰ ਜਿਹੜੀ ਇਮਿਊਨਿਟੀ ਦੀ ਜਾਂ ਬਿਮਾਰੀਆਂ ਦੀ ਸਮਝ ਹੈ ਬਿਲਕੁਲ ਬਦਲ ਚੁੱਕੀ ਹੈ। ਇਸ ਕਰਕੇ ਸਾਨੂੰ ਉਹ ਸਮਝ ਜਿਹੜੀ ਹੈ, ਜਿਹੜੀ ਨਵੀਂ ਸਮਝ ਹੈ, ਉਹ ਜਦ ਤੱਕ ਅਸੀਂ ਪਾਪੂਲਰਾਈਜ਼ ਨਹੀਂ ਕਰਾਂਗੇ, ਜਦ ਤੱਕ ਲੋਕਾਂ ਤੱਕ ਨਹੀਂ ਲੈ ਕੇ ਜਾਵਾਂਗੇ ਸ਼ਾਮ ਸ਼ਬਦਾਵਲੀ 'ਚ, ਸਿੰਪਲ ਸ਼ਬਦਾਵਲੀ 'ਚ, ਲੋਕ ਭਾਸ਼ਾ 'ਚ, ਤਦ ਤੱਕ ਮੈਂ ਸਮਝਦਾ ਕਿ ਲੋਕ ਕਿਸੇ ਨਾ ਕਿਸੇ ਇਹੋ ਜਿਹੀ ਝੂਠੀ ਬਿਮਾਰੀ ਦੇ ਚੱਕਰ 'ਚ ਫਸਦੇ ਹੀ ਰਹਿਣਗੇ। ਅੱਜ ਇਸ ਤੋਂ ਪਹਿਲਾਂ ਕੋਈ ਨਵੀਂ ਨਹੀਂ ਹੈ। ਕੁਲਵੰਤ ਜੀ ਦੇਖੋ, 2009 'ਚ ਇਹਨਾਂ ਨੇ ਸਵਾਈਨ ਫਲੂ ਦਾ ਰੌਲਾ ਪਾਇਆ, ਉਸ ਤੋਂ ਬਾਅਦ ਕਦੀ ਜ਼ੀਕਾ ਆ ਗਿਆ, ਕਦੀ ਬਰਡ ਫਲੂ ਆ ਗਿਆ, ਕਦੀ ਉਹ ਬੋਲਾ ਆ ਗਿਆ, ਕਦੀ ਕੁਛ ਨਾ ਕੁਛ ਇਹ ਲੈ ਕੇ ਆਉਂਦੇ ਰਹੇ ਹੈ। ਤੁਹਾਨੂੰ ਯਾਦ ਹੋਣਾ ਇਹਨਾਂ ਚਮਗਿੱਦੜਾਂ ਦੇ ਮਗਰ ਪੈ ਗਏ ਇੱਕ ਵਾਰੀ ਚਮਗਿੱਦੜ, ਫਿਰ ਮੁਰਗੀਆਂ ਕਿੰਨੀਆਂ ਮਰਵਾਈਆਂ, 2-3 ਸਾਲ ਪੁਰਾਣੀ ਗੱਲ ਹੈ। ਜਦੋਂ ਬਰਡ ਫਲੂ, ਹੁਣ ਫਿਰ ਦੁਬਾਰਾ ਰੌਲਾ, ਅੰਨੀ ਅਜੇ ਮੁਰਗੀਆਂ ਮਰਵਾਉਣੀਆਂ ਸ਼ੁਰੂ ਨਹੀਂ ਕੀਤੀਆਂ ਇਹਨਾਂ ਨੇ, ਕਿਉਂਕਿ ਅਜੇ ਉਸ ਪੱਧਰ 'ਤੇ ਨਹੀਂ ਗਈ ਗੱਲ ਉਹ, ਹਾਲਾਂਕਿ ਰੌਲਾ ਫਿਰ ਦੁਬਾਰਾ ਪੈ ਗਿਆ ਕਿ ਬਰਡ ਫਲੂ ਜਿਹੜਾ ਹੈ ਉਹ ਆ ਰਿਹਾ। ਤਾਂ ਇਹ ਕਿਤੇ ਨਾ ਕਿਤੇ ਇਹ ਉਲਝਦੀ ਰਹੇਗੀ ਮਨੁੱਖਤਾ। ਕਿਉਂਕਿ ਜਿਹੜੀ ਉਹ ਸਿਲੇਬਸ ਦੇ ਅੰਦਰ, ਜਿਹੜੀ ਮੁੱਖ ਧਾਰਾ ਡਾਕਟਰੀ ਪੇਸ਼ੇ ਦੇ ਅੰਦਰ ਜੋ ਸਮਝ ਦਿੱਤੀ ਜਾ ਰਹੀ ਬਿਮਾਰੀਆਂ ਦੀ ਜਾਂ ਇਮਿਊਨਿਟੀ ਦੀ, ਉਹ ਆਊਟਡੇਟਡ ਹੈ, ਉਹ ਸਮਾਂ ਵਿਹਾ ਚੁੱਕੀ ਹੈ। ਇਸ ਕਰਕੇ ਸਾਨੂੰ ਅੱਜ ਆਪਣੀ ਸਮਝ ਨੂੰ ਅਪਡੇਟ ਕਰਨਾ ਚਾਹੀਦਾ, ਉਹ ਨਵੀਂ ਸਮਝ ਨੂੰ ਅਡਾਪਟ ਕਰਨਾ ਚਾਹੀਦਾ। ਔਰ ਜਿਨ੍ਹਾਂ ਲੋਕਾਂ ਨੂੰ ਸਮਝ ਆ ਗਈ ਹੈ ਉਹਨਾਂ ਦਾ ਫਰਜ਼ ਬਣਦਾ ਕਿ ਉਹ ਲੋਕ ਭਾਸ਼ਾ 'ਚ ਜਾ ਕੇ, ਆਮ ਬੋਲੀ 'ਚ ਜਾ ਕੇ ਲੋਕਾਂ ਨੂੰ ਇਹ ਗੱਲ ਜਿਹੜੀ ਹੈ ਦੱਸਣ। ਸੋ ਉਹ ਰੋਲ ਹੈ ਸਾਡਾ, ਆਮ ਬੋਲੀ 'ਚ ਜਾ ਕੇ ਲੋਕਾਂ ਨੂੰ ਦੱਸਣ। ਹੁਣ ਮੈਂ ਆਮ ਬੋਲੀ 'ਚ ਪੁੱਛਦਾ ਕਿ ਆਖਰ ਇਮਿਊਨ ਸਿਸਟਮ ਹੁੰਦਾ ਕੀ ਹੈ? ਕੁਲਵੰਤ ਜੀ ਦੇਖੋ, ਜੇ ਇਮਿਊਨ ਸਿਸਟਮ ਨੂੰ ਸਮਝਣ ਲਈ ਨਾ ਇੱਕ ਗੱਲ ਬਹੁਤ ਸਮਝਣੀ ਜ਼ਰੂਰੀ ਹੈ ਕਿ ਅਸੀਂ ਮਨੁੱਖ ਕੋਈ ਵੱਖਰੀ ਚੀਜ਼ ਨਹੀਂ ਹਾਂ ਜੀਵਨ ਤੋਂ। ਅਸੀਂ ਪੂਰੇ ਜੀਵਨ ਦਾ ਇੱਕ ਹਿੱਸਾ ਹਾਂ।
ਇਹਨੂੰ ਅੰਗਰੇਜ਼ੀ 'ਚ ਇਕੋਲੋਜੀ ਕਹਿੰਦੇ ਆ। ਇਕੋਲੋਜੀ ਦਾ ਮਤਲਬ ਹੁੰਦਾ ਕਿ ਇਸ ਧਰਤੀ ਦੇ ਉੱਪਰ ਵੱਸਦੇ ਸਾਰੇ ਜੀਵ ਜੰਤੂ ਅਤੇ ਉਹ ਕਿਸ ਵਾਤਾਵਰਨ 'ਚ ਪਲ ਰਹੇ ਆ ਅਤੇ ਉਹਨਾਂ ਦਾ ਆਪਸ 'ਚ ਕੀ ਲੈਣ ਦੇਣ ਹੈ, ਉਹ ਸਾਰੇ ਨੂੰ ਰਲਾ ਕੇ ਲਫ਼ਜ਼ ਵਰਤਿਆ ਜਾਂਦਾ ਇਕੋਲੋਜੀ। ਹਾਲਾਂਕਿ ਉਹਦਾ ਕੋਈ ਵਧੀਆ ਬਦਲ ਪੰਜਾਬੀ 'ਚ ਅਜੇ ਤੱਕ ਨਹੀਂ ਮਿਲ ਸਕਿਆ, ਮੈਨੂੰ ਵੀ ਨਹੀਂ ਮਿਲਿਆ। ਉਹਦਾ ਆਪਾਂ ਕਹਿ ਸਕਦੇ ਹਾਂ ਕੁਦਰਤੀ ਸੰਤੁਲਨ, ਕਿ ਕੁਦਰਤ ਦੇ ਵਿੱਚ ਕੋਈ ਵੀ ਜੀਵ ਵੱਖਰਾ ਨਹੀਂ ਹੁੰਦਾ, ਉਹ ਬਾਕੀ ਸਾਰੇ ਜੀਵਾਂ ਨਾਲ ਅਤੇ ਉੱਥੋਂ ਦੇ ਹਵਾ ਪਾਣੀ ਮਿੱਟੀ ਨਾਲ, ਉੱਥੋਂ ਦੇ ਪੰਜ ਤੱਤਾਂ ਨਾਲ ਉਹਦਾ ਲਗਾਤਾਰ ਲੈਣ ਦੇਣ ਹੁੰਦਾ ਅਤੇ ਉਹ ਰਲ ਕੇ ਇੱਕ ਜੀਵਨ ਬਣਦਾ ਅਤੇ ਉਹ ਜੀਵਨ ਨੂੰ ਇੱਕ ਕੁਦਰਤੀ ਨਿਯਮਾਂ ਦੇ ਤਹਿਤ ਉਹ ਜੀਵਨ ਚੱਲਦਾ। ਅਤੇ ਜਦੋਂ ਕੁਦਰਤੀ ਨਿਯਮਾਂ ਦੇ ਤਹਿਤ ਚੱਲਦਾ ਤਾਂ ਉਹ ਜਿਹੜੇ ਸੂਖਸ਼ਮ ਜੀਵ ਨੇ ਉਸੇ ਜੀਵਨ ਦਾ ਇੱਕ ਬਹੁਤ ਵੱਡਾ ਹਿੱਸਾ ਹੀ ਨਹੀਂ, ਉਹਦਾ ਆਧਾਰ ਨੇ ਉਹ। ਸੋ ਜਦੋਂ ਉਹ ਜਿਹੜੇ ਸੂਖਸ਼ਮ ਜੀਵ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਬਿਮਾਰੀਆਂ ਕਰਦੇ ਹਾਂ, ਮੁੱਖ ਧਾਰਾ ਮੈਡੀਕਲ ਪ੍ਰੋਫੈਸ਼ਨ ਕਹਿੰਦੀ ਹੈ ਕਿ ਬੈਕਟੀਰੀਆ ਦੇ ਵਾਇਰਸ ਜਿਹੜੇ ਨੇ ਬਿਮਾਰੀਆਂ ਦੇ ਸਰੋਤ ਨੇ। ਇਹੀ ਗਲਤ ਹੋ ਗਿਆ, ਕਿਉਂਕਿ ਉਹ ਤਾਂ ਉਲਟਾ ਸਰੋਤ ਨਹੀਂ ਹੈਗੇ, ਉਹ ਤਾਂ ਪੂਰੇ ਜੀਵਨ ਦਾ ਆਧਾਰ ਨੇ। ਉਹਨਾਂ ਦਾ ਬਿਨਾਂ ਕੋਈ, ਜੇ ਅਗਰ ਉਹ ਥੱਲਿਓਂ ਖਿਸਕ ਜਾਵੇ ਆਧਾਰ, ਤਾਂ ਸਾਰੇ ਦਾ ਸਾਰਾ ਜੀਵਨ ਕਲੈਪਸ ਕਰ ਜਾਏਗਾ। ਜਿਹੜੀ ਅੱਜ ਦੀ ਸਮਝ ਹੈ ਸੂਖਸ਼ਮ ਜੀਵਾਂ ਦੀ, ਬੈਕਟੀਰੀਆ ਵਾਇਰਸ ਦੀ, ਉਹ ਇਹ ਕਹਿੰਦੀ ਹੈ ਕਿ ਜੇ ਸੂਖਸ਼ਮ ਜੀਵ ਖਤਮ ਹੋ ਜਾਣ, ਹੋ ਨਹੀਂ ਸਕਦੇ, ਆਪਾਂ ਥਿਓਰੈਟੀਕਲੀ ਸੋਚ ਲਈਏ ਕਿ ਜੋ ਖਤਮ ਹੋ ਜਾਣ ਤਾਂ ਪੂਰਾ ਜੀਵਨ ਫਲੈਟ ਹੋ ਜਾਏਗਾ, ਖਤਮ ਹੋ ਜਾਏਗਾ ਜੀਵਨ। ਉਹ ਜੀਵਨ ਇੰਨਾ ਉਹਦੇ ਤੇ ਉੱਪਰ ਨਿਰਭਰ ਹੈ, ਉਹਦੇ ਅੰਦਰ ਉਹਦੀ ਇੰਨੀ ਲੈਣ ਦੇਣ ਹੈ। ਅਤੇ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਇੱਕ ਤਾਂ ਸੈਪਰੇਟ ਸਮਝਣਾ ਬੰਦ ਕਰ ਦੇਣਾ ਚਾਹੀਦਾ। ਅਸੀਂ ਵੱਖਰੇ ਨਹੀਂ ਹਾਂ, ਅਸੀਂ ਪੂਰੇ ਜੀਵਨ ਦਾ ਇੱਕ ਹਿੱਸਾ ਹਾਂ। ਉਸ ਜੀਵਨ ਦੇ ਅੰਦਰ ਸੂਖਸ਼ਮ ਜੀਵ ਜਿਹੜੇ ਨੇ ਉਸ ਪੂਰੇ ਜੀਵਨ ਦਾ, ਪੂਰੀ ਇਕੋਲੋਜੀ ਦਾ ਇੱਕ ਬੇਸ ਨੇ। ਉਹ ਕੋਈ ਬਿਮਾਰੀਆਂ ਪੈਦਾ ਕਰਨ ਲਈ ਨਹੀਂ ਬਣਦੇ, ਉਹਦੇ ਵਿੱਚ ਹੀ ਅਸੀਂ ਪੈਦਾ ਹੋਏ। ਜਦੋਂ ਅਸੀਂ ਨਹੀਂ ਸੀਗੇ ਧਰਤੀ 'ਤੇ, ਉਦੋਂ ਵੀ ਉਹ ਸੀਗੇ। ਉਹ ਜਦੋਂ ਕੀੜੇ ਮਕੌੜੇ ਬਣੇ, ਉਸ ਤੋਂ ਬਾਅਦ ਲਾਈਫ ਬਣੀ, ਮੱਛੀਆਂ ਡੱਡੂ ਬਣੇ, ਫਿਰ ਬਾਂਦਰ ਬਣੇ ਜਾਂ ਮੈਮਲਸ ਬਣੇ, ਫਿਰ ਮਨੁੱਖ ਆਇਆ, ਤਾਂ ਸਾਰੇ ਵੇਲੇ ਉਹ ਸੀਗੇ, ਉਹ ਮੌਜੂਦ ਸੀਗੇ, ਉਹਨਾਂ ਦੇ ਹੁੰਦਿਆਂ ਹੀ ਅਸੀਂ ਬਣੇ। ਅਤੇ ਉਹਨਾਂ ਦੇ ਹੁੰਦਿਆਂ ਅਸੀਂ ਜਦੋਂ ਬਣੇ ਤਾਂ ਸਾਨੂੰ ਕੁਦਰਤ ਨੇ ਇੱਕ ਵੱਖਰੀ ਸ਼ਕਤੀ ਦਿੱਤੀ ਜਿਹਨੂੰ ਅਸੀਂ ਕਹਿੰਦੇ ਹਾਂ ਇਮਿਊਨਿਟੀ। ਉਹ ਇਮਿਊਨਿਟੀ ਕਿਵੇਂ ਬਣਦੀ ਹੈ ਕਿ ਜਦੋਂ ਉਹ ਬੈਕਟੀਰੀਆ ਵਾਇਰਸ ਸਾਡੇ ਸਰੀਰ 'ਚ ਜਾਂਦੇ ਆ ਤਾਂ ਸਾਡਾ ਸਰੀਰ ਉਹਨੂੰ ਆਪਣੇ ਹਿਸਾਬ ਨਾਲ ਢਾਲਦਾ। ਉਸ ਢਲਣ ਦੀ ਪ੍ਰਕਿਰਿਆ ਨੂੰ ਇਮਿਊਨਿਟੀ ਕਹਿੰਦੇ ਆਪਾਂ, ਕਿ ਉਹ ਫਿਰ ਇੱਦਾਂ ਢਾਲਦਾ ਕਿ ਉਹ ਜੀਵ ਜੰਤੂ ਉਹਦੇ ਅੰਦਰ ਪਲਣ ਲੱਗ ਜਾਂਦੇ। ਉਹਨੂੰ ਕੁਛ ਨਹੀਂ ਕਹਿੰਦੇ, ਉਹ ਬਿਮਾਰੀਆਂ ਨਹੀਂ ਪੈਦਾ ਕਰਦੇ, ਉਹ ਸਗੋਂ ਉਹਦੀ ਹੈਲਪ ਕਰਨ ਲੱਗ ਜਾਂਦੇ ਆ, ਉਹਨੂੰ ਇਵਾਲਵ ਕਰਦੇ ਆ। ਉਹ ਉਹਦੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਉਹਨੂੰ ਪੈਦਾ ਕਰਨ ਵਾਲੇ ਵੀ ਨੇ, ਉਹਦੇ ਪਾਲਣਹਾਰ ਵੀ ਨੇ। ਅਤੇ ਉਹਨੂੰ ਫਿਰ ਜਦੋਂ ਉਹਦੀ ਉਮਰ ਪੂਰੀ ਹੋ ਜਾਂਦੀ ਹੈ, ਕਿਉਂਕਿ ਹਰ ਵੱਡੇ ਜੀਵ ਦੀ ਇੱਕ ਉਮਰ ਹੁੰਦੀ ਹੈ, ਉਹਨੂੰ ਵਾਪਸ ਫਿਰ ਜਦੋਂ ਲੈ ਕੇ ਜਾਣਾ ਹਵਾ ਪਾਣੀ ਮਿੱਟੀ ਦੇ ਅੰਦਰ, ਫਿਰ ਉਹ ਵੀ ਰੋਲ ਉਹਨਾਂ ਕੋਲ ਹੀ ਹੈ। ਤਾਂ ਇਹ ਕਿਤੇ ਨਾ ਕਿਤੇ ਇਸ ਪਰਿਭਾਸ਼ਾ ਜਦੋਂ ਅਸੀਂ ਦੇਖਾਂਗੇ ਤਾਂ ਇਮਿਊਨਿਟੀ ਹਰ ਪਲ, ਹਰ ਸਕਿੰਟ, ਹਰ ਮਿੰਟ ਅਸੀਂ ਇਮਿਊਨਿਟੀ ਡਿਵੈਲਪ ਕਰਦੇ ਹਾਂ। ਸਾਨੂੰ ਨਵੇਂ, ਜਦੋਂ ਅਸੀਂ ਆਲੇ ਦੁਆਲੇ ਦੇ ਆਪਣੇ ਜੀਵਾਂ ਨਾਲ ਲੈਣ ਦੇਣ ਕਰਦੇ ਹਾਂ ਤਾਂ ਉਹਦੇ ਜਿਹੜੇ ਸਾਹ 'ਚ, ਉਹਨਾਂ ਦੇ ਪਾਣੀ 'ਚ, ਉਹਨਾਂ ਦੇ ਮਲ ਮੂਤਰ 'ਚ, ਉਹ ਸਾਰੇ ਜੀਵ ਜੰਤੂ ਹੁੰਦੇ ਆ, ਉਹ ਸਾਡੇ ਅੰਦਰ ਜਾਂਦੇ ਆ। ਜਦੋਂ ਅੰਦਰ ਜਾਂਦੇ ਆ ਤਾਂ ਸਾਡਾ ਸਰੀਰ ਸਾਨੂੰ ਅੰਦਰ ਜਿਹੜਾ ਉਹਦਾ ਢਲਣ ਹੁੰਦਾ, ਉਹਦੇ ਹਿਸਾਬ ਨਾਲ ਸਾਡਾ ਸਰੀਰ ਆਪਣੇ ਆਪ ਨੂੰ ਬਦਲਦਾ। ਉਹ ਬਦਲਣ ਦਾ ਪ੍ਰੋਸੈਸ 'ਚ ਬਿਮਾਰੀ ਵੀ ਆਉਂਦੀ ਹੈ। ਜਿਹੜੇ ਮਾੜੇ ਮੋਟੇ ਜਿਵੇਂ ਜ਼ੁਕਾਮ ਹੈ, ਉਹ ਜ਼ੁਕਾਮ ਕੋਈ ਸਾਨੂੰ ਮਾਰਨ ਲਈ ਨਹੀਂ ਆਉਂਦਾ, ਸਾਨੂੰ ਸੁਲਟਾ ਉਸ ਜਿਹੜੀ ਐਡਜਸਟਮੈਂਟ ਦੀ ਪ੍ਰਕਿਰਿਆ ਹੈ ਕਿ ਬਾਹਰੋਂ ਸਾਡੇ ਅੰਦਰ ਕੋਈ ਜੀਵ ਗਿਆ ਜਿਹੜਾ ਪਹਿਲਾਂ ਸਾਡੇ ਅੰਦਰ ਨਹੀਂ ਸੀਗਾ, ਹੁਣ ਅਸੀਂ ਉਹਨੂੰ ਢਾਲ ਰਹੇ ਹਾਂ ਆਪਣੇ ਆਪ ਨੂੰ। ਉਹਦੀ ਨਿਸ਼ਾਨੀ ਹੈ ਕਿ ਜ਼ੁਕਾਮ ਲਾ ਕੇ ਸਾਡੇ ਸਰੀਰ ਨੇ ਉਸ ਵਾਇਰਸ ਨੂੰ ਆਪਣੇ ਸਰੀਰ ਦਾ ਹਿੱਸਾ ਬਣਾ ਲਿਆ ਅਤੇ ਉਹਨੂੰ ਉਹ ਸਾਡੇ ਫੇਫੜਿਆਂ ਨੂੰ ਜਾਂ ਸਾਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਤਾਂ ਬਿਮਾਰੀ ਜਿਹੜੀ ਹੁੰਦੀ ਹੈ ਸਾਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਆਉਂਦੀ। ਅੱਜ 21st ਸੈਂਚੁਰੀ ਦੀ ਜਿਹੜੀ ਇਮਿਊਨਿਟੀ ਦੀ ਸਮਝ ਹੈ ਕਿ ਬਿਮਾਰੀ ਸਾਨੂੰ ਬਿਮਾਰ ਕਰਨ ਲਈ ਨਹੀਂ ਆਉਂਦੀ, ਇਹ ਗਲਤ ਹੈ। ਇਹ ਨੋਸ਼ਨ ਹੀ ਗਲਤ ਹੈ। ਬਿਮਾਰੀ ਸਾਨੂੰ ਸਟਰੋਂਗ ਕਰਨ ਲਈ ਆਉਂਦੀ ਹੈ, ਉਹ ਢਾਲਣ ਦੀ ਪ੍ਰਕਿਰਿਆ ਉਹ। ਸੋ ਜਿਹੜੇ ਸੂਖਸ਼ਮ ਜੀਵ ਨੇ, ਬੈਕਟੀਰੀਆ ਵਾਇਰਸ ਨੇ, ਇਹ ਬਿਮਾਰੀ ਦੇ ਕੀਟਾਣੂ ਨਹੀਂ ਹੈ, ਇਹ ਹੈਗੇ ਆ। ਜਿੱਦਾਂ ਅਸੀਂ ਹੈਗੇ ਹਾਂ ਇੱਦਾਂ ਹੀ ਉਹ ਵੀ ਹੈਗੇ ਆ। ਅਤੇ ਉਹ ਨਾ ਅਸੀਂ ਉਹਨਾਂ ਤੋਂ ਬਿਨਾਂ, ਨਾ ਉਹ ਸਾਡੇ ਤੋਂ ਬਿਨਾਂ ਨੇ। ਅਸੀਂ ਉਹਨਾਂ ਦਾ ਘਰ ਹਾਂ ਅਤੇ ਉਹ ਸਾਡੇ ਅੰਦਰ ਸਾਡੇ ਨਿਵਾਸੀ ਨੇ। ਸਾਡੇ ਸਰੀਰ ਨੂੰ ਉਹ ਤਿੰਨੋਂ ਤਰੀਕਿਆਂ ਨਾਲ, ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਤਰੀਕਿਆਂ ਨਾਲ, ਤਿੰਨੋਂ ਤਰੀਕਿਆਂ ਨਾਲ ਹੈਲਪ ਕਰਦੇ ਆ। ਸੋ ਇਹ ਪੂਰੀ ਦੀ ਪੂਰੀ ਨਵੀਂ ਸਮਝ ਜਿਹੜੀ ਹੈ ਇਮਿਊਨਿਟੀ ਦੀ। ਇਮਿਊਨਿਟੀ ਕੋਈ ਵੈਕਸੀਨ ਤੋਂ ਨਹੀਂ ਆਉਂਦੀ, ਇਮਿਊਨਿਟੀ ਹਰ ਵੇਲੇ ਚੱਲਦਾ, ਜਿਹੜਾ ਢਲਣ ਦਾ, ਆਪਣੇ ਆਪ ਨੂੰ ਢਲਣ ਦਾ ਪ੍ਰਕਿਰਿਆ 'ਚ। ਕਦੀ ਮੌਸਮ ਸਰਦੀ ਆ ਗਿਆ, ਕਦੀ ਗਰਮੀ ਆ ਗਿਆ, ਕਦੀ ਧੁੱਪ ਜ਼ਿਆਦਾ ਹੈ, ਕਦੀ ਘੱਟ ਹੈ, ਕਦੀ ਹਵਾ ਤੇਜ਼ ਹੈ, ਕਦੀ ਸਲੋ ਹੈ, ਕਦੀ ਆਲੇ ਦੁਆਲੇ ਕੋਈ ਹਨੇਰੀ ਆ ਰਹੀ ਹੈ, ਕੋਈ ਤੂਫਾਨ ਆ ਰਿਹਾ। ਤਾਂ ਕਿੰਨੇ ਮੌਸਮ ਬਦਲਦੇ ਆ, ਕਿੰਨਾ ਸਾਡਾ ਅਸੀਂ ਕਦੀ ਕਿਸੇ ਨਾਲ ਗੁੱਸੇ ਹੋ ਰਹੇ ਹਾਂ, ਕਿਸੇ ਨਾਲ ਹੱਸ ਰਹੇ ਹਾਂ, ਕਦੀ ਕਿਸੇ ਨਾਲ ਲੜ ਰਹੇ ਹਾਂ, ਕਦੀ ਸਾਡੇ ਉੱਪਰ ਕੋਈ ਹਮਲਾ ਹੋ ਜਾਂਦਾ ਤਾਂ ਅਸੀਂ ਉਦੋਂ। ਤਾਂ ਸਾਰਾ ਜਿਹੜੀ ਉਹ ਜਿਹੜਾ ਸਾਰੀ ਐਡਜਸਟਮੈਂਟ ਹੁੰਦੀ ਹੈ, ਸਾਰੀ ਜਿਹਨੂੰ ਕਹਿੰਦੇ ਅਡੈਪਟੇਸ਼ਨ ਹੁੰਦੀ ਹੈ, ਉਹ ਅਡੈਪਟੇਸ਼ਨ ਬਾਡੀ ਹਰ ਵੇਲੇ ਕਰਦੀ ਰਹਿੰਦੀ ਹੈ। ਇਮਿਊਨਿਟੀ ਵੀ ਉਸੇ ਅਡੈਪਟੇਸ਼ਨ ਦਾ ਹਿੱਸਾ ਹੁੰਦੀ ਹੈ, ਕੋਈ ਨਵੀਂ ਪ੍ਰਕਿਰਿਆ ਨਹੀਂ ਹੈ। ਉਹ ਬੜਾ ਮਲਟੀ ਲੇਅਰਡ ਹੈ, ਉਹਦੇ ਅੰਦਰ ਸੈਂਕੜੇ ਤਰੀਕੇ ਨੇ, ਇੱਕ ਤਰੀਕਾ ਨਹੀਂ ਉਹਨੂੰ ਅਡਾਪਟ ਕਰਨ ਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਬੈਕਟੀਰੀਆ ਸਾਡੇ ਅੰਦਰ ਬਹੁਤ ਜ਼ਿਆਦਾ ਨਾ ਜਾਣ, ਉਹਨੂੰ ਸਭ ਤੋਂ ਪਹਿਲਾਂ ਸਾਡੇ ਨੱਕ ਦੇ ਵਿੱਚ ਵਾਲ ਨੇ। ਉਹ ਕਿਉਂ ਨੇ?
ਕਿ ਸਾਡੇ ਸਰੀਰ ਦੇ ਅੰਦਰ ਕੁਦਰਤ ਨਹੀਂ ਚਾਹੁੰਦੀ ਕਿ ਸਾਡੇ ਅੰਦਰ ਕੋਈ ਚੀਜ਼ ਵੱਡੀ ਚੀਜ਼ ਇੱਦਾਂ ਬਹੁਤ ਜ਼ਿਆਦਾ ਮਾਤਰਾ 'ਚ ਇੱਕਦਮ ਜਾਵੇ ਜਿਹੜੀ ਸਾਨੂੰ ਨੁਕਸਾਨ ਕਰ ਸਕਦੀ ਹੈ। ਉਹਨੂੰ ਰੋਕਦੀ ਹੈ ਉੱਥੇ, ਉਹਨੂੰ ਨੱਕ ਦੇ ਵਾਲਾਂ ਨਾਲ ਰੋਕ ਲੈਂਦੀ, ਉੱਥੇ ਰੋਕ ਕੇ ਫਿਰ ਉਹਨੂੰ ਮੈਸੇਜ ਦਿੰਦੀ ਹੈ ਸਰੀਰ ਨੂੰ ਸੁਣਿਆ ਜਾਂਦਾ ਹੈ। ਸਰੀਰ ਦੇ ਉੱਥੇ ਨੱਕ ਦੇ ਵਿੱਚ ਬਹੁਤ ਸੈੱਲ ਨੇ ਜਿਹਨੂੰ ਡੈਂਡਰੇਟਿਕ ਸੈੱਲਸ ਕਹਿੰਦੇ ਆ। ਡੈਂਡਰੇਟਿਕ ਸਾਡੇ ਸਾਰੇ ਜਸੂਸ ਹੁੰਦੇ ਆ। ਡੈਂਡਰੇਟਿਕ ਸੈੱਲ ਸਾਡੇ ਉੱਦਾਂ ਹੀ ਨੇ ਜਿੱਦਾਂ ਸਾਡੀ CID ਹੈ, ਕਿ ਉਹ ਸਾਨੂੰ ਸਾਰੇ ਸਰੀਰ ਨੂੰ ਨਾਲ ਦੀ ਨਾਲ ਮੈਸੇਜ ਦਿੰਦੇ ਆ ਵੀ ਆਹ ਜਿਹੜੀ ਚੀਜ਼ ਆਈ ਹੈ, ਚਾਹੇ ਉਹ ਕੋਈ ਕੈਮੀਕਲ ਹੈ, ਚਾਹੇ ਕੋਈ ਵਾਇਰਸ ਹੈ, ਚਾਹੇ ਬੈਕਟੀਰੀਆ, ਵੀ ਇਹ ਕੋਈ ਹਾਰਮ ਨੁਕਸਾਨ ਤਾਂ ਨਹੀਂ ਕਰ ਸਕਦੇ। ਉਹਨੂੰ ਪਛਾਣ ਹੈ, ਸੁੰਘਣ ਸ਼ਕਤੀ ਜਿਹਨੂੰ ਕਹਿੰਦੇ ਆ। ਹਾਂ, ਨਹੀਂ ਸੁੰਘਣ ਸ਼ਕਤੀ ਵੀ ਹੈ, ਮਤਲਬ ਉਹਦੇ ਅੰਦਰ ਹਰ ਥਾਂ 'ਤੇ ਨੇ। ਜਿਸ ਥਾਂ ਤੋਂ ਵੀ, ਚਾਹੇ ਸਾਡੀ ਚਮੜੀ ਹੈ, ਚਾਹੇ ਸਾਡੀ ਸਾਹ ਪ੍ਰਣਾਲੀ ਹੈ, ਚਾਹੇ ਸਾਡੀ ਭੋਜਨ ਪ੍ਰਣਾਲੀ ਹੈ, ਚਾਹੇ ਸਾਡੀ ਅੱਖਾਂ ਨੇ, ਚਾਹੇ ਸਾਡੇ ਕੰਨ ਨੇ, ਜਿਹਦੇ ਨਾਲ ਵੀ ਅਸੀਂ ਬਾਹਰ ਨਾਲ ਕਨੈਕਟਡ ਹਾਂ, ਤਾਂ ਉੱਥੇ ਡੈਂਡਰੇਟਿਕ ਸੈੱਲ ਬੈਠੇ ਹੁੰਦੇ ਆ। ਉਹ ਸਾਡੇ ਜਸੂਸ ਨੇ। ਉਹ ਨਾਲ ਦੀ ਨਾਲ ਪੂਰੀ ਬਾਡੀ ਨੂੰ ਸੁਨੇਹਾ ਦਿੰਦੇ ਆ ਕਿ ਇਹ ਜਿਹੜੀ ਚੀਜ਼ ਨਵੀਂ ਜਿਹੀ ਆਈ ਹੈ, ਇਹ ਤਾਂ ਇੱਦਾਂ ਨੁਕਸਾਨ ਕਰ ਸਕਦੀ ਹੈ, ਅਤੇ ਉਹਨੂੰ ਡੀਲ ਕਰਨ ਲਈ ਹਰ ਆਰਗਨ ਨੂੰ ਉਹ ਤਿਆਰ ਕਰ ਦਿੰਦੇ ਆ। ਤਾਂ ਕਮਾਲ ਦਾ ਸਿਸਟਮ ਹੈ ਕੁਦਰਤ ਦਾ। ਐਸਾ ਸਿਸਟਮ ਹੈ ਕਿ ਉਹਦੇ 'ਚ ਤੁਸੀਂ ਨਾਲ ਦੀ ਨਾਲ ਪੂਰੀ ਦੀ ਬਾਡੀ ਜਿਹੜੀ ਸਰਗਰਮ ਹੋ ਜਾਂਦੀ ਹੈ ਅਤੇ ਉਹਦੇ ਹਿਸਾਬ ਨਾਲ ਉਹਨੂੰ ਅਡੈਪਟ ਕਰਦੀ ਹੈ। ਸੋ ਉਹ ਸਾਰੇ ਪ੍ਰੋਸੈਸ ਨੂੰ ਆਪਾਂ ਇਮਿਊਨਿਟੀ ਕਹਿੰਦੇ ਹਾਂ। ਇਮਿਊਨਿਟੀ ਦਾ ਵੈਕਸੀਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵੈਕਸੀਨ ਬਹੁਤ ਹੀ ਐਸੀ ਸਾਇੰਸ ਦੇ ਉੱਪਰ ਸਮਝ ਦੇ ਉੱਪਰ ਆਧਾਰਿਤ ਨੇ, ਜਿਹੜੀ ਸਮਝ ਮਨੁੱਖ ਨੂੰ ਮਸਾਂ 1% ਸਮਝ ਆਈ ਹੈ। 99% ਸਮਝ ਅਜੇ ਆਈ ਹੋਈ ਨਹੀਂ ਹੈ। ਤਾਂ ਉਹ 1% ਜਿਹੜੀ ਸਮਝ ਹੈ ਉਹ ਵੀ ਡਿਸਟੋਰਟਡ ਹੈ, ਉਹ ਵੀ ਕਮਰਸ ਬੇਸਡ ਹੈ। ਇਸ ਕਰਕੇ ਆਪਾਂ ਵੈਕਸੀਨ ਨੂੰ ਅਤੇ ਇਮਿਊਨਿਟੀ ਨੂੰ ਕਨਫਿਊਜ਼ ਕਰਦੇ ਹਾਂ ਕਿ ਸਾਨੂੰ ਇਹ ਮੰਨਣ ਲਾਤਾ ਉਹਨਾਂ ਨੇ ਵੀ ਤੁਸੀਂ ਜੇ ਬਿਮਾਰੀ ਤੋਂ ਬਚਣਾ ਤਾਂ ਟੀਕਾਕਰਨ ਕਰਾਓ, ਜਿਹੜਾ ਕਿ ਬਹੁਤ ਹੀ ਇੱਕ ਡਿਸਟੋਰਟਡ, ਬਹੁਤ ਹੀ ਇੱਕ ਜਿਹਨੂੰ ਕਹਿੰਦੇ ਆ ਗੈਰ ਵਿਗਿਆਨਕ ਔਰ ਬਹੁਤ ਹੀ ਐਸੀ ਸਮਝ ਦੇ ਉੱਪਰ ਆਧਾਰਿਤ ਹੈ ਜਿਹਦਾ ਕੋਈ ਅੱਜ ਦੀ ਸੈਂਚਰੀ 'ਚ ਜਿਹੜੀ 21st ਸੈਂਚਰੀ ਸਾਇੰਸ ਹੈ ਉਹਦੇ ਸਾਹਮਣੇ ਕੋਈ ਸਾਇੰਟੀਫਿਕ ਬੇਸਿਸ ਨਹੀਂ ਹੈ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਸੂਖਮ ਜੀਵ ਜਿਹੜੇ ਨੇ ਉਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਨੇ। ਹਰ ਮਨੁੱਖ ਅੰਦਰ, ਹਰ ਜੀਵ ਜੰਤੂ ਦੇ ਅੰਦਰ ਸੂਖਮ ਜੀਵ ਜਿਹੜੇ ਉਹ ਹੁੰਦੇ ਨੇ। ਇਹ ਘੱਟ ਵੱਧ ਵੀ ਹੁੰਦੇ ਨੇ, ਕਿਸੇ 'ਚ ਘੱਟ ਹੋਣ ਅਤੇ ਕਿਸੇ ਦੇ ਵੱਧ ਹੋਣ, ਅਤੇ ਕਿ ਜਿਹਦੇ 'ਚ ਇੱਕ ਆਮ ਜਿਹੜਾ ਤੰਦਰੁਸਤ ਸਰੀਰ ਦੇ ਵਿੱਚ ਕਿੰਨੇ ਹੋਣੇ ਚਾਹੀਦੇ ਨੇ, ਇਹਦੀ ਕੋਈ ਮਾਤਰਾ ਹੁੰਦੀ ਹੈ ਕਿ ਨਹੀਂ? ਬਿਕੋਜ਼ ਜਿਹੜੀ ਸਾਡੇ ਅੰਦਰ ਵਿਜ਼ਡਮ ਹੈ ਨਾ, ਜਿਹੜੀ ਸਾਡੇ ਅੰਦਰ ਸਿਆਣਪ ਹੈ, ਸਾਡੇ ਅੰਦਰ ਇੱਕ ਡਾਕਟਰ ਬੈਠਾ ਹੈ ਹਰ ਜੀਵ ਦੇ ਅੰਦਰ। ਕਿਉਂਕਿ ਜਦੋਂ ਜਿਹੜੇ ਜੀਵ ਨੂੰ ਵੀ ਕੁਦਰਤ ਪੈਦਾ ਕਰਦੀ ਹੈ, ਉਸ ਜੀਵ ਦਾ ਉਹਨੇ ਇੱਕ ਲਾਈਫ ਸਪੈਨ ਮਿਥਿਆ ਹੋਇਆ। ਉਹ ਲਾਈਫ ਸਪੈਨ ਹੌਲੀ ਹੌਲੀ ਇਵਾਲਵ ਹੋਇਆ ਕਿ ਇੱਕ ਹਾਥੀ ਨੇ ਇੰਨਾ ਜਿਉਣਾ, ਕੁੱਤੇ ਨੇ ਇੰਨਾ ਜਿਉਣਾ, ਮਨੁੱਖ ਨੇ ਇੰਨਾ ਜਿਉਣਾ। ਤਾਂ ਉਹ ਇੱਕ ਲਾਈਫ ਸਪੈਨ ਹੈ। ਜਿਹੜੀ ਕੁਦਰਤ ਹੁੰਦੀ ਹੈ ਉਹ ਪ੍ਰੋ ਸਰਵਾਈਵਲ ਹੁੰਦੀ ਹੈ ਉਸ ਜੀਵ ਲਈ। ਉਹਨੇ ਜਿਸ ਮੰਨ ਲਓ ਮਨੁੱਖ ਨੂੰ ਦਾ ਸਾਇੰਟਿਸਟ ਕਹਿੰਦੇ ਕਿ 125 ਸਾਲ ਲਈ ਮਨੁੱਖ ਦਾ ਸਰੀਰ ਬਣਿਆ। 125 ਸਾਲ ਸਾਰੇ ਲਗਭਗ ਸਾਇੰਟੀਫਿਕ ਸਟੱਡੀਜ਼ ਕਹਿੰਦੀਆਂ ਨੇ ਕਿ ਔਸਤਨ ਜੇ 125 ਸਾਲ ਲਈ ਮਨੁੱਖ ਦਾ ਸਰੀਰ ਪ੍ਰੋਗਰਾਮਡ ਹੁੰਦਾ। ਤਾਂ ਕੁਦਰਤ ਪੂਰੀ ਕੋਸ਼ਿਸ਼ ਕਰਦੀ ਹੈ ਕਿ ਇਹ ਜੀਵ 125 ਸਾਲ ਜੀਵੇ, ਔਰ ਜਦੋਂ ਕੋਈ ਚੀਜ਼ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੀ ਹੈ 125 ਸਾਲ ਤੋਂ ਪਹਿਲਾਂ, ਤਾਂ ਉਹਨੂੰ ਉਹਦੇ ਹਿਸਾਬ ਨਾਲ ਆਪਣਾ ਸਾਰਾ ਜੰਗ ਸ਼ੁਰੂ ਕਰ ਦਿੰਦੀ ਹੈ, ਪੂਰੀ ਭਾਗਾ ਦੌੜੀ ਸ਼ੁਰੂ ਕਰ ਦਿੰਦੀ ਤਾਂ ਕਿ ਜੀਵ ਦਾ ਵਿਗੜੇ ਨਾ ਕੁਛ। ਹੁਣ ਤੁਸੀਂ ਜਿਹੜਾ ਸਵਾਲ ਕੀਤਾ ਕਿ ਉਹ ਸੂਖਮ ਜੀਵ ਵੱਧ ਘੱਟ ਹੁੰਦੇ ਆ, ਤਾਂ ਉਹ ਕੁਦਰਤ ਦੇਖਦੀ ਹੈ ਕਿ ਇਸ ਜੀਵ ਦੇ ਵੱਧ ਆਉਣ ਨਾਲ ਮੈਨੂੰ ਕੋਈ ਨੁਕਸਾਨ ਹੋ ਸਕਦਾ, ਤਾਂ ਉਹਨੂੰ ਉਹ ਘਟਾ ਲੈਂਦੀ ਹੈ। ਜਾਂ ਉਹਨੂੰ ਇਹ ਲੱਗਦਾ ਕਿ ਉਹ ਘਟਾਉਣ ਵਾਲੇ ਵੀ ਅੱਗੇ ਜੀਵ ਜੰਤੂ ਹੀ ਨੇ, ਉਹ ਵੀ ਬੈਕਟੀਰੀਆ ਹੀ ਹੁੰਦੇ ਆ। ਸੋ ਬੈਕਟੀਰੀਆ ਦਾ ਇੱਕ ਬੈਲੈਂਸ ਹੁੰਦਾ ਹੈ। ਸੋ ਸਾਡੇ ਸਰੀਰ 'ਚ ਆਲਰੇਡੀ ਬੈਕਟੀਰੀਆ ਬੈਠੇ ਆ, ਵਾਇਰਸਿਸ ਬੈਠੀਆਂ ਨੇ, ਉਹ ਸਾਡੇ ਅੰਦਰ ਅਡੈਪਟ ਕਰ ਚੁੱਕੀਆਂ ਨੇ, ਉਹ ਸਾਡਾ ਡਿਫੈਂਸ ਬਣ ਜਾਂਦੀਆਂ ਨੇ। ਜਦੋਂ ਕੋਈ ਨਵਾਂ ਆਉਂਦਾ ਹੈ ਤਾਂ ਉਹਦੇ ਨਾਲ ਉਹਨਾਂ ਦਾ ਸੰਘਰਸ਼ ਹੁੰਦਾ, ਉਹਦੇ ਨਾਲ ਉਹਨਾਂ ਦਾ ਕੰਪੀਟੀਸ਼ਨ ਹੁੰਦਾ, ਤਾਂ ਉਹ ਉਹਨੂੰ ਓਵਰਪਾਵਰ ਨਹੀਂ ਕਰਨ ਦਿੰਦੀਆਂ। ਜਦੋਂ ਓਵਰਪਾਵਰ ਕਰਦੀਆਂ ਨੇ ਤਾਂ ਫਿਰ ਥੋੜ੍ਹੀਆਂ ਅਲਾਮਤਾਂ ਹੁੰਦੀਆਂ ਨੇ। ਮੰਨ ਲਓ ਅਸੀਂ ਫੂਡ ਖਾ ਲਿਆ ਇਹੋ ਜਿਹਾ ਜਿਹਦੇ ਅੰਦਰ ਕਿ ਬੈਕਟੀਰੀਆ ਸੀਗੇ, ਜਿਹਨੂੰ ਅਸੀਂ ਫੂਡ ਪਾਇਜ਼ਨਿੰਗ ਕਹਿੰਦੇ ਹਾਂ। ਹੁਣ ਉਹ ਫੂਡ ਪਾਇਜ਼ਨਿੰਗ ਅੰਦਰ ਮੰਨ ਲਓ ਬੈਕਟੀਰੀਆ ਉਹ ਬਹੁਤ ਜ਼ਿਆਦਾ ਸੀਗੇ ਜਿਹੜਾ ਅਸੀਂ ਖਾ ਗਏ। ਕੋਈ ਫੂਡ ਪਾਇਜ਼ਨਿੰਗ ਗੰਦਾ ਫੂਡ ਕਿਤੋਂ ਖਾ ਗਏ ਜਿਹਦੇ ਉੱਪਰ ਮੱਖੀਆਂ ਬੈਠੀਆਂ ਹੋਈਆਂ ਸੀਗੀਆਂ, ਜਾਂ ਜਿਹਦੇ ਕੋਈ ਅੱਗੇ ਅਡਲਟਰੇਸ਼ਨ ਹੋ ਗਈ, ਤਾਂ ਜਿਹੜੇ ਸਾਡੇ ਅੰਦਰ ਜੀਵ ਸੀਗੇ ਉਹਨਾਂ ਨੇ ਡਿਫੈਂਡ ਕਰਨ ਦੀ ਕੋਸ਼ਿਸ਼ ਕਰਨੀ, ਉਹਨੂੰ ਭਾਰੂ ਨਹੀਂ ਹੋਣ ਦੇਣਾ, ਉਹਨੂੰ ਇੱਦਾਂ ਇੰਨਾ ਬਿਮਾਰ ਨਹੀਂ ਕਰਨ ਦੇਣਾ ਕਿ ਬੰਦਾ ਮਰ ਜਾਵੇ, ਕਿ ਉਹ ਜੀਵ ਮਰ ਜਾਵੇ। ਤਾਂ ਉਹ ਕੀ ਕਰਨਗੇ, ਉਹਦੇ ਨਾਲ ਲੜਨਗੇ। ਫਿਰ ਉਹ ਜਦੋਂ ਜੇ ਲੜਾਈ 'ਚ ਥੋੜ੍ਹੇ ਵੀਕ ਪੈਂਦੇ ਹੋਏ ਤਾਂ ਥੋੜ੍ਹੀਆਂ ਅਲਾਮਤਾਂ ਹੋਣਗੀਆਂ, ਫਿਰ ਟੱਟੀਆਂ ਲੱਗ ਜਾਣਗੀਆਂ, ਉਲਟੀ ਲੱਗ ਜਾਏਗੀ। ਉਹ ਉਲਟੀਆਂ ਰਾਹੀਂ ਉਹ ਸਰੀਰ ਨੂੰ ਉਸ ਖਾਣੇ ਨੂੰ ਜਿਹੜਾ ਗੰਦਾ ਸੀਗਾ ਉਹਨੂੰ ਬਾਹਰ ਸੁੱਟਣ ਦੀ ਕੋਸ਼ਿਸ਼ ਕਰੇਗਾ, ਟੱਟੀਆਂ ਰਾਹੀਂ ਫਿਰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ। ਤਾਂ ਬਾਡੀ ਕੀ, ਅਸੀਂ ਉਹਨੂੰ ਬਿਮਾਰੀ ਕਿਹਾ ਨਾ ਉਲਟੀਆਂ ਅਤੇ ਟੱਟੀਆਂ ਨੂੰ। ਅਸਲ 'ਚ ਉਲਟੀ ਕੀ ਸੀਗੀ? ਉਲਟੀ ਬਾਡੀ ਦਾ ਡਿਫੈਂਸ ਮੈਕੈਨਿਜ਼ਮ ਸੀਗੀ ਕਿ ਉਲਟੀ ਕਰਕੇ ਸਰੀਰ ਉਹਨੂੰ ਜੋ ਅਫੈਂਡਿੰਗ, ਜੋ ਖਤਰਨਾਕ ਚੀਜ਼ ਤੁਸੀਂ ਖਾ ਗਏ ਸੀ ਗਲਤੀ ਨਾਲ, ਉਹਨੂੰ ਬਾਹਰ ਕੱਢ ਰਹੀ ਹੈ। ਤਾਂ ਸਰੀਰ ਆਪਣੇ ਆਪ ਨੂੰ ਕਾਹਦੇ ਵਾਸਤੇ ਕਰ ਰਿਹਾ ਉਲਟੀਆਂ? ਆਪਣੇ ਆਪ ਨੂੰ ਡਿਫੈਂਡ ਕਰਨ ਲਈ। ਇਸ ਤਰ੍ਹਾਂ ਪੱਟੀਆਂ ਲਾ ਕੇ ਕੀ ਕਰ ਰਿਹਾ ਸਰੀਰ ਫਟਾਫਟ ਨੂੰ, ਤਾਂ ਕਿ ਉਹ ਸਰੀਰ ਦੇ ਅੰਦਰ ਬਹੁਤ ਘੱਟ ਤੋਂ ਘੱਟ ਸਮਾਂ ਸਟੇ ਕਰਨ, ਤਾਂ ਕਿ ਉਹ ਪੱਟੀਆਂ ਰਾਹੀਂ ਨਿਕਲ ਜਾਵੇ। ਤਾਂ ਕਿੱਥੇ ਬਾਡੀ ਜਿਹੜੀ ਅਸੀਂ ਉਹਨੂੰ ਕੀ ਕਰਾਂਗੇ, ਉਹਨੂੰ ਅਸੀਂ ਦੇ ਕੇ ਉਹ ਜਿਹੀਆਂ ਦਵਾਈਆਂ ਉਹਨੂੰ ਬੰਦ ਕਰ ਦਾਂਗੇ, ਟੱਟੀਆਂ ਵੀ ਅਤੇ ਉਲਟੀਆਂ ਵੀ, ਜਿਹੜਾ ਕਿ ਅਨਨੈਚੁਰਲ ਹੋ ਗਿਆ ਨਾ।
ਕਿੱਥੇ ਨੇਚਰ ਕਰ ਰਹੀ ਸੀ ਕਿ ਉਹਨੂੰ ਬਾਹਰ ਕੱਢੋ, ਇਹਨੂੰ ਤਾਂ ਕਿ ਇਹ ਨੁਕਸਾਨ ਨਾ ਕਰੇ, ਅਸੀਂ ਉਹਨੂੰ ਅੰਦਰ ਰੱਖ ਲਿਆ। ਤਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਤਰੀਕੇ ਨੇ ਉਹ ਨੈਚੁਰਲ ਨਾ ਹੋ ਕੇ ਅਨਨੈਚੁਰਲ ਨੇ। तो सिमिलरली योगा ਤੁਸੀਂ ਪਾਓਗੇ ਕਿ ਯੋਗਾ 'ਚ ਦੋਨੋਂ ਕੰਮ ਕਰਦੇ ਆ। ਉਹ ਯੋਗਾ 'ਚ ਵੋਮਿਟਿੰਗ ਵੀ ਕਰਾਉਂਦੇ ਆ ਅਤੇ ਪੱਟੀ ਵੀ ਕਰਾਉਂਦੇ ਆ, ਨਕਲੀ ਮਤਲਬ ਇੰਡਿਊਸ ਕਰਕੇ ਨੈਚੁਰਲ ਢੰਗ ਨਾਲ। ਤਾਂ ਕਿਤੇ ਨਾ ਕਿਤੇ ਆਪਣੀ ਜਿਹੜੀ ਜਿਹਨੂੰ ਡਾਕਟਰੀ ਭਾਸ਼ਾ ਜਿਹੜੀ ਸਾਇੰਸ ਹੈ ਅੱਜ ਦੀ, ਉਹ ਕਿਤੇ ਨਾ ਕਿਤੇ ਨੇਚਰ ਨੂੰ ਇਗਨੋਰ ਕਰਦੀ ਹੈ, ਨੇਚਰ ਦੀ ਭਾਸ਼ਾ ਨੂੰ ਨਹੀਂ ਸਮਝਦੀ, ਨੇਚਰ ਦੇ ਲੌਜ਼ ਨੂੰ, ਨੇਚਰ ਦੇ ਨਿਯਮਾਂ ਨੂੰ ਨਹੀਂ ਸਮਝਦੀ ਅਤੇ ਉਹਦੀ ਅਪੋਜੀਸ਼ਨ ਕਰਦੀ ਹੈ। ਉਹਦੇ 'ਚੋਂ ਕਿਤੇ ਨਾ ਕਿਤੇ ਮਾਡਰਨ ਮੈਡੀਕਲ ਸਾਇੰਸ ਨਿਕਲੀ ਹੋਈ ਆ। ਉਹ ਤੁਸੀਂ ਦੇਖੋਗੇ ਸਾਰੀ ਮਾਡਰਨ ਮੈਡੀਕਲ ਸਾਇੰਸ ਜਿਹੜੀ ਆ ਉਹ ਸਿੰਪਟਮ ਸਪਰੈਸਿਵ ਹੈ, ਜੋ ਅਲਾਮਤਾਂ ਨੂੰ ਦਬਾਉਂਦੀ ਹੈ। ਕੁਦਰਤ ਅਲਾਮਤਾਂ ਕਰਕੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਆਪਣੇ ਆਪ ਨੂੰ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਤਾਂ ਹੀ ਕਿਤੇ ਨਾ ਕਿਤੇ ਕਿਹਾ ਹੁੰਦਾ ਕਿ ਉਸ ਵੇਲੇ ਤਾਂ ਉਸ ਦਾ ਤੁਹਾਨੂੰ ਜਲਦੀ ਆਰਾਮ ਆ ਗਿਆ, ਲੇਕਿਨ ਲੰਬੇ ਸਮੇਂ 'ਚ ਕੀ ਹੋਏਗਾ, ਉਹ ਬਿਮਾਰੀ ਕਰੋਨਿਕ ਹੋ ਜਾਏਗੀ। ਉਹ ਬਿਮਾਰੀ ਜਿਹੜੀ ਹੈ ਤੁਹਾਨੂੰ ਨੁਕਸਾਨ ਕਰੇਗੀ ਲੰਬੇ ਸਮੇਂ 'ਚ ਕੋਈ ਕਿਉਰ ਹੋਣ ਦੀ ਬਜਾਏ ਲੰਬੀ ਹੋ ਕੇ ਬਿਮਾਰੀ ਤੁਹਾਨੂੰ ਲੰਬੇ ਸਮੇਂ 'ਚ ਨੁਕਸਾਨ। ਤਾਂ ਇੱਦਾਂ ਦਾ ਜਿਹੜਾ ਇਹ ਵਰਤਾਰਾ ਸਾਡਾ, ਕੁਦਰਤ ਦੀ ਆਪਣੀ ਭਾਸ਼ਾ ਡਿਫੈਂਡ ਕਰਨ ਦੀ, ਸਾਡਾ ਜਿਹੜੇ ਨਕਲੀ ਤਰੀਕੇ ਨੇ ਉਹਦੀ ਆਪਣੀ ਭਾਸ਼ਾ। ਤਾਂ ਕਿਤੇ ਨਾ ਕਿਤੇ ਅੱਜ ਜਿਹੜੀ 21st ਸੈਂਚੁਰੀ ਸਾਇੰਸ ਆ ਰਹੀ ਹੈ ਲਗਾਤਾਰ, ਉਹ ਇਹ ਆ ਰਹੀ ਹੈ ਕਿ ਇਹ ਜਿਹੜੀ ਨੇਚਰ ਦੀ ਭਾਸ਼ਾ ਇਹ ਕਿਤੇ ਜ਼ਿਆਦਾ ਸਾਇੰਟੀਫਿਕ ਹੈ, ਔਰ ਜਿਹੜੀ ਅਸੀਂ ਗਲਤ ਟੈਕਨੀਕ ਯੂਜ਼ ਕਰਦੇ ਹਾਂ ਉਹ ਗਲਤ ਨੇ, ਅਨਸਾਇੰਟੀਫਿਕ ਨੇ ਅਤੇ ਲੰਬੇ ਸਮੇਂ 'ਚ ਨੁਕਸਾਨ ਕਰ ਰਹੇ ਆ। ਡਾਕਟਰ ਸਾਹਿਬ ਮੰਨ ਲਓ ਵੀ ਇੱਕ ਬੰਦੇ ਦਾ ਸਰੀਰ ਜਿਹੜਾ ਉਹ 70 ਕਿਲੋ ਭਾਰ ਹੈ, ਅਤੇ ਇਹਨਾਂ ਦਾ ਜਿਹੜੇ ਸੂਖਮ ਜੀਵ ਨੇ ਬੋਡੀ 'ਚ ਤਾਂ ਉਹ ਵੀ ਹੈਗੇ ਨੇ, ਕੀ ਇਹਨਾਂ ਦਾ ਵੀ ਕੋਈ ਭਾਰ ਹੁੰਦਾ ਕਿ ਕਿੰਨੇ ਕਿਲੋ ਬੋਡੀ ਦੇ ਵਿੱਚ ਕਿੰਨਾ ਕਿਲੋ ਹੁੰਦਾ? ਬਿਲਕੁਲ, ਇਹ ਤਕਰੀਬਨ ਜੇ ਸਾਰੇ ਆਪਾਂ ਸਰੀਰ ਦੇ ਬੈਕਟੀਰੀਆ ਇਕੱਠੇ ਕਰ ਲਈਏ, ਉਹ ਵਾਇਰਸ ਦਾ ਬੈਕਟੀਰੀਆ ਦੇ ਵਿੱਚ ਹੀ ਹੁੰਦੀਆਂ ਨੇ ਨਾ। ਵਾਇਰਸ ਦੀ ਆਪਣੀ ਕੋਈ ਔਕਾਤ ਨਹੀਂ ਹੁੰਦੀ। ਵਾਇਰਸ ਤੁਹਾਡੇ ਬੋਡੀ ਸੈੱਲ ਦੇ ਅੰਦਰ ਨੇ ਜਾਂ ਬੈਕਟੀਰੀਆ ਦੇ ਅੰਦਰ ਨੇ। ਸੋ ਵਾਇਰਸ ਕੋਈ ਬਾਹਰ ਲੂਜ਼ ਨਹੀਂ ਹੁੰਦੀਆਂ, ਅਤੇ ਉਹਦੇ ਵਿੱਚ ਹੀ ਵਾਇਰਸ ਹੁੰਦੀਆਂ ਨੇ। ਤਾਂ ਆਪਾਂ ਬੈਕਟੀਰੀਆ ਦੀ ਗੱਲ ਕਰਦੇ ਹਾਂ ਇਕੱਲੀ। ਜੇ ਬੈਕਟੀਰੀਆ ਦੇ ਸਾਰੇ ਬੈਕਟੀਰੀਆ ਸਰੀਰ ਦੇ ਇਕੱਠੇ ਕੀਤੇ ਜਾਣ ਤਾਂ ਉਹਦਾ ਟੋਟਲ ਵੇਟ ਬਣਦਾ 1.5 ਕਿਲੋ। ਯਾਨੀ 1.5 ਕਿਲੋ ਸੂਖਮ ਅਜੀਬ ਆਪਣੇ 70 ਕਿਲੋ ਦੇ ਬੰਦੇ 'ਚ ਨੇ, ਇਮਿਊਨ ਸਿਸਟਮ 70 ਕਿਲੋ ਦੇ ਬੰਦੇ 'ਚ ਨੇ। ਇਮਿਊਨ ਸਿਸਟਮ ਹੈ। ਲੇਕਿਨ ਇੱਕ ਗੱਲ ਯਾਦ ਰੱਖਣੀ ਹੈ ਕਿ ਉਹਨਾਂ ਦੀ ਜਿਹੜੀ ਵੈਲਿਊ ਹੈ, ਉਹਨਾਂ ਦਾ ਜਿਹੜਾ ਨੰਬਰ ਹੈ ਉਹ 10 ਗੁਣਾ ਜ਼ਿਆਦਾ ਹੈ ਸਾਡੇ ਨੰਬਰ ਆਫ ਬਾਡੀ ਸੈਲਸ ਕਰੋੜਾਂ 'ਚ। ਮਤਲਬ ਹਾਂ, ਸਾਡੇ ਬਾਡੀ ਸੈੱਲ ਲਗਭਗ 1 ਕਰੋੜ ਹੁੰਦੇ ਆ, ਉਹ 10 ਕਰੋੜ ਨੇ। 10 ਹਾਂ ਬੈਕਟੀਰੀਆ ਇਕੱਲੇ ਬੈਕਟੀਰੀਆ। ਤੋ ਦਰਸ਼ਕੋ, ਬੜੇ ਹੈਰਾਨੀ ਦੀ ਗੱਲ ਹੈ ਕਿ ਇਨਸਾਨੀ ਸਰੀਰ ਦੇ ਅੰਦਰ 10 ਕਰੋੜ ਸੂਖਮ ਜੀਵ ਨੇ। 10 ਕਰੋੜ ਸੂਖਮ ਜੀਵ ਨੇ। 14 ਜ਼ੀਰੋਆਂ ਅਤੇ ਇੰਨੀਆਂ ਜ਼ੀਰੋਆਂ ਜਿਹੜੀਆਂ ਗਿਣੀਆਂ ਵੀ ਨਹੀਂ ਜਾ ਸਕਦੀਆਂ। ਸੋ ਇਹ ਉਹ 10 ਗੁਣਾ ਨੇ, ਇਕੱਲੇ 10 ਗੁਣਾ ਨੇ, ਉਹਦੀ ਗਿਣਤੀ ਨਹੀਂ ਹੈ। ਭਾਰ ਉਹਨਾਂ ਦਾ ਸਾਡੇ ਨਾਲੋਂ ਬਹੁਤ ਥੋੜ੍ਹਾ ਹੈ, 1.5 ਕਿਲੋ ਸਾਰਾ, ਲੇਕਿਨ 10 ਗੁਣਾ ਨੇ, ਅਤੇ 10 ਗੁਣੇ ਰੋਲ ਹੈ ਉਹਨਾਂ ਦਾ। ਜਿਹੜਾ ਸਾਡਾ ਕੰਮ ਕਰਦਾ ਹੈ, ਜਿਹੜਾ ਸਾਡਾ ਸਰੀਰ ਜਿੰਨਾ ਕੰਮ, ਸਾਡਾ 1 ਕਰੋੜ ਸਾਲ ਜਿੰਨਾ ਕੰਮ ਕਰ ਰਿਹਾ, ਉਹਦੇ ਨਾਲ 10 ਗੁਣਾ ਜ਼ਿਆਦਾ ਕੰਮ ਉਹ ਕਰ ਰਹੇ ਹੈ। ਇਹਦਾ ਮਤਲਬ ਅਸੀਂ ਟੋਟਲ ਹੁੰਦੇ 1+10, ਅਸੀਂ 11। ਤਾਂ ਅਸੀਂ ਜੋ ਕੰਮ ਕਰ ਰਹੇ ਹਾਂ, ਮੈਂ ਬੋਲ ਰਿਹਾ, ਤੁਸੀਂ ਆਪਾਂ ਗੱਲਬਾਤ ਕਰ ਰਹੇ ਹਾਂ ਸਰ, ਇਹ ਕੌਣ ਕਰ ਰਿਹਾ? ਉਹ 11 ਰਲ ਕੇ ਕਰ ਰਹੇ ਹੈ। ਮੇਰਾ ਸਰੀਰ ਉਹਨਾਂ 11 ਦੇ ਸਿਰ 'ਤੇ ਚੱਲਦਾ ਹੈ, ਮੇਰਾ ਸਰੀਰ 1 ਹੈ ਅਤੇ ਉਹ 10 ਨੇ। ਸੋ ਇੰਨੀ ਇੰਪੋਰਟੈਂਸ ਹੈ ਉਹਨਾਂ ਦੀ, ਜਿਹਨੂੰ ਅਸੀਂ ਪੈਥੋਜੈਨਿਕ ਕਹਿ ਕੇ, ਡਿਜ਼ੀਜ਼ ਕਾਜ਼ਿੰਗ ਏਜੰਟ ਕਹਿ ਕੇ ਉਹਨਾਂ ਨੂੰ ਡੀਗ੍ਰੇਡ ਕਰਦੇ ਹਾਂ। ਉਹ ਬਹੁਤ ਹੀ ਨਾ ਸਮਝੀ ਹੈ, ਬਹੁਤ ਹੀ ਬਚਕਾਨਾ ਸਮਝ ਹੈ। ਅੱਜ ਦੇ ਇਸ ਜ਼ਮਾਨੇ 'ਚ ਉਹ ਸਮਝ ਜਿਹੜੀ ਹੈ, ਉੱਥੋਂ ਹੀ ਸਾਰੀ ਕਿਤੇ ਨਾ ਕਿਤੇ ਸਾਡੀ ਝੂਠ ਨਿਕਲਦਾ। ਅਤੇ ਜਿਹੜੇ ਲੋਕ ਜਿਨ੍ਹਾਂ ਨੇ ਆਪਣਾ ਧੰਦਾ ਕਰਨਾ ਹੈ, ਜਾਂ ਜਿਨ੍ਹਾਂ ਨੇ ਤੁਹਾਨੂੰ ਡਰਾਉਣਾ ਹੈ, ਜਾਂ ਜੋ ਤੁਹਾਨੂੰ ਡਰਾਉਣ 'ਚ ਇੰਟਰਸਟਡ ਨੇ, ਉਹ ਕਿਤੇ ਨਾ ਕਿਤੇ ਕਾਮਯਾਬ ਹੋ ਜਾਂਦੇ ਆ, ਕਿਉਂਕਿ ਸਾਨੂੰ ਇਹ ਸਮਝ ਨਹੀਂ ਹੈ ਕਿ ਸੂਖਸ਼ਮ ਜੀਵ ਬਿਮਾਰੀ ਕਰਨ ਲਈ ਨਹੀਂ ਆਉਂਦੇ। ਜੋ ਬਿਮਾਰੀ ਕਰਦੇ ਵੀ ਹਲਕੀ ਫੁਲਕੀ ਬਿਮਾਰੀ ਕਰਦੇ ਵੀ, ਤਾਂ ਉਹ ਉਹਨਾਂ ਦਾ ਅਡੈਪਟੇਸ਼ਨ ਦਾ, ਸਰੀਰ ਦੇ ਢਲਣ ਦੀ ਪ੍ਰਕਿਰਿਆ ਦਾ ਹੀ ਅਲਾਮਤਾਂ ਹੁੰਦੀਆਂ ਨੇ। ਇਸ ਕਰਕੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ। ਤਾਂ ਇਸ ਕਰਕੇ ਜੇ ਅਸੀਂ ਉਹਨੂੰ ਸਮਝ ਜਾਵਾਂਗੇ ਤਾਂ ਅਸੀਂ ਫਿਰ ਉਸ ਨਾ ਤਾਂ ਡਰਾਂਗੇ ਅਤੇ ਨਾ ਅਸੀਂ ਅਨਨੈਚੁਰਲ ਤਰੀਕੇ ਯੂਜ਼ ਕਰਾਂਗੇ। ਡਾਕਟਰ ਸਾਹਿਬ, ਤੁਸੀਂ ਦੱਸਿਆ ਵੀ 1.5 ਕਿਲੋ ਯਾਨੀ 10 ਕਰੋੜ ਜਿਹੜੇ ਸੂਖਮ ਜੀਵ ਜਿਹੜੇ ਸਰੀਰ ਦੇ ਅੰਦਰ ਹੁੰਦੇ ਨੇ, ਇਹ ਕਿੰਨੇ ਘੱਟ ਜਾਣ ਤਾਂ ਸਰੀਰ ਜਿਹੜਾ ਉਹ ਬਿਮਾਰੀਆਂ ਜਿਹੜੀਆਂ, ਵਾਇਰਸ ਜਿਹੜਾ ਉਹਦੇ 'ਤੇ ਅਟੈਕ ਕਰਕੇ ਅਤੇ ਉਸਨੂੰ ਜਿਹੜਾ ਮਾਰਨ ਤੱਕ ਲੈ ਜਾਂਦਾ? ਨਹੀਂ, ਇਹ ਘਟਦੇ ਨਹੀਂ ਹੈ, ਕੁਦਰਤੀ ਤੌਰ 'ਤੇ ਨਹੀਂ ਘਟਦੇ। ਪਰ ਇਹ ਤਾਂ ਕਹਿੰਦਾ ਵੀ ਇਮਿਊਨ ਸਿਸਟਮ, ਬੰਦੇ ਦਾ ਇਮਿਊਨ ਸਿਸਟਮ ਘਟ ਗਿਆ ਜੀ, ਜਿਹੜਾ ਰੌਲਾ ਪਿਆ ਜਾ ਰਿਹਾ, ਅਤੇ ਤਾਂ ਇਹਨੂੰ ਬਿਮਾਰੀਆਂ ਲੱਗ ਗਈਆਂ। ਉਹ ਇੱਦਾਂ ਨਾ, ਉਹਦੇ ਅੰਦਰ ਉਹਨਾਂ ਦੀ ਉਹ ਹੋ ਜਾਂਦੀ ਹੈ, ਜਿਹਨੂੰ ਕਹਿੰਦੇ ਡਿਸਓਰੀਐਂਟੇਸ਼ਨ, ਯਾਨੀ ਕਿ ਕੁਛ ਖਾਸ ਕਿਸਮ ਦੇ ਜਿਹੜੇ ਫਰੈਂਡਲੀ ਸੀਗੇ ਉਹ ਘਟ ਗਏ, ਅਤੇ ਕੁਛ ਖਾਸ ਕਿਸਮ ਦੇ ਉਹ ਸੀ ਜਿਹੜੇ ਅਜੇ ਨਵੇਂ ਸੀਗੇ ਅਤੇ ਅਜੇ ਉਹਦੀ ਫਰੈਂਡਸ਼ਿਪ ਡਿਵੈਲਪ ਨਹੀਂ ਸੀ ਹੋਈ, ਸਾਡੇ ਨਾਲ ਐਡਜਸਟ ਨਹੀਂ ਸੀ ਕੀਤੇ, ਉਹ ਵੱਧ ਗਏ। ਤਾਂ ਉਹ ਕਿਤੇ ਨਾ ਕਿਤੇ ਫਿਰ ਉਹ ਜਦੋਂ ਡਿਸਓਰੀਐਂਟੇਸ਼ਨ ਹੁੰਦੀ ਹੈ ਤਾਂ ਉਦੋਂ ਥੋੜ੍ਹੀ ਜਿਹੀ ਆਰਜੀ ਡਿਸਟਰਬੈਂਸ ਹੁੰਦੀ ਹੈ। ਉਹ ਬਾਅਦ 'ਚ ਬਾਡੀ ਉਹਨੂੰ ਐਡਜਸਟ ਕਰ ਜਾਂਦੀ ਹੈ। ਤੁਹਾਨੂੰ ਜ਼ੁਕਾਮ ਲਾ ਕੇ, ਪੇਟ ਖਰਾਬ ਕਰਕੇ, ਤੁਹਾਡੇ ਸਰੀਰ 'ਤੇ ਫੋੜਾ ਫਿੰਸੀ ਕਰਕੇ, ਤੁਹਾਨੂੰ ਖਾਰਿਸ਼ ਕਰਕੇ, ਤੁਹਾਨੂੰ ਖਾਂਸੀ ਕਰਕੇ, ਤੁਹਾਨੂੰ ਛਿੱਕਾਂ ਲਾ ਕੇ, ਬਾਡੀ ਦੇ ਹਰ ਵੇਲੇ ਕੁਛ ਨਾ ਕੁਛ ਚੱਲਦਾ ਰਹਿੰਦਾ, ਹਰ ਵੇਲੇ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। 24 ਘੰਟੇ 60 ਜਿਹਨੂੰ ਕਹਿੰਦੇ ਆ 365 ਦਿਨ ਪੂਰੇ ਦੇ ਪੂਰੇ ਹਰ ਵੇਲੇ ਸੁੱਤੇ ਹੋ, ਜਾਗਦੇ ਹੋ,
ਉਹ ਜਿਹੜੀ ਪ੍ਰਕਿਰਿਆ ਕੁਦਰਤ ਦੀ ਜਿਹੜੀ ਐਡਜਸਟਮੈਂਟ ਕਰਨ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਅਤੇ ਉਹ ਪ੍ਰਕਿਰਿਆ ਦੇ ਵਿੱਚ ਇਹ ਕਦੀ ਵੀ ਇਹਨਾਂ ਦਾ ਨੰਬਰ ਘਟਦਾ ਨਹੀਂ ਹੈ। ਬਹੁਤਾ ਘਟੇਗਾ, ਜਦੋਂ ਹੀ ਘਟਦਾ ਉਹ ਐਂਟੀਬਾਇਓਟਿਕ ਜੋ ਦਿੰਦੇ ਆਪਾਂ ਉਦੋਂ ਘਟਦਾ, ਜਦੋਂ ਬਹੁਤ ਜ਼ਿਆਦਾ ਐਂਟੀਬਾਇਓਟਿਕ ਯੂਜ਼ ਕਰਦੇ ਹਾਂ ਉਦੋਂ ਘਟਦਾ। ਔਰ ਤੁਸੀਂ ਹੈਰਾਨ ਹੋਵੋਗੇ ਜਦੋਂ ਇਹ ਘਟ ਜਾਵੇ ਤਾਂ ਕੋਈ ਦਵਾਈ ਅਸਰ ਨਹੀਂ ਕਰਦੀ। ਇਹ ਨੂਨ ਹੈ ਕਿ ਜਿਸ ਦਿਨ ਤੁਹਾਡਾ ਗੱਟ ਫਲੋਰਾ, ਇਕੱਲਾ ਗੱਟ ਫਲੋਰਾ ਅਗਰ ਕਮਜ਼ੋਰ ਹੋ ਜਾਂਦਾ ਇੰਨਾ ਜ਼ਿਆਦਾ ਕਿ ਉਹ ਲੋੜ ਤੋਂ ਵੱਧ ਕਮਜ਼ੋਰ ਹੋ ਗਿਆ, ਤਾਂ ਤੁਹਾਨੂੰ ਕਿਸੇ ਦਵਾਈ ਨੇ ਅਸਰ ਨਹੀਂ ਕਰਨਾ। ਅਲਟੀਮੇਟਲੀ ਇੱਥੋਂ ਤੱਕ ਦੀ ਟਰੀਟਮੈਂਟ ਕੱਢਣੀ ਪਈ ਹੈ ਸਾਇੰਟਿਸਟਾਂ ਨੂੰ ਕਿ ਨਕਲੀ ਤੌਰ 'ਤੇ ਪੱਟੀ ਖਵਾਉਣੀ ਪੈਂਦੀ ਹੈ। ਨਕਲੀ ਤੌਰ ਤੇ ਪੱਟੀ ਖਵਾਉਣੀ ਪੈਂਦੀ, ਪੱਟੀ ਐਜ਼ ਦਵਾਈ ਰਜਿਸਟਰਡ ਹੋ ਚੁੱਕੀ ਹੈ। ਹਿਊਮਨ ਲੈਟਰਿਨ ਹੈਜ਼ ਬਿਨ ਰਜਿਸਟਰਡ ਐਜ਼ ਮੈਡੀਸਨ। ਅੱਜ ਦੇ ਯੁੱਗ 'ਚ ਕਿਉਂ ਦੇਣੀ ਪੈਂਦੀ ਆ ਉਹ? ਕਿਉਂਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਲੰਬੇ ਸਮੇਂ ਲਈ ਐਂਟੀਬਾਇਓਟਿਕ ਦਿੰਦੇ ਹੋ ਤਾਂ ਉਹ ਜਿਹੜਾ ਤੁਹਾਡਾ ਗੱਟ ਫਲੋਰਾ ਇੰਨਾ ਕੁ ਜ਼ਿਆਦਾ ਮਰ ਜਾਂਦਾ ਹੈ ਕਿ ਉਹ ਬੰਦਾ ਨੂੰ 50 ਦਵਾਈਆਂ ਦੇਈ ਜੋ ਤੁਸੀਂ ਕਦੀ ਰਾਜੀ ਹੁੰਦਾ ਹੀ ਨਹੀਂ ਹੈ। ਤੁਹਾਨੂੰ ਗੱਲ ਹੀ ਨਹੀਂ ਸਮਝ ਆਉਂਦੀ, ਬੰਦੇ ਨੂੰ ਲੱਗਦਾ ਤਾਂ ਬਿਮਾਰੀ ਤੈਨੂੰ ਹੈ ਨਹੀਂ, ਪਰ ਬੰਦਾ ਤਾਂ ਰਾਜੀ ਨਹੀਂ ਹੋ ਰਿਹਾ, ਫਿਰ ਮੰਜੇ 'ਤੇ ਪਿਆ ਹੈ। ਤਾਂ ਉਹ ਫਿਰ ਅਲਟੀਮੇਟਲੀ ਕੀ ਕਰਦੇ ਆ, ਉਹ ਗੱਟ ਫਲੋਰਾ ਨੂੰ ਸਟਰੋਂਗ ਕਰਨ ਲਈ ਉਸ ਬੈਕਟੀਰੀਆ ਨੂੰ ਨਕਲੀ ਤੌਰ 'ਤੇ ਹੈਲਦੀ ਡੋਨਰ ਲੱਭਦੇ ਆ। ਹੈਲਦੀ ਡੋਨਰ ਦੀ ਪਹਿਲਾਂ ਫੀਸਿਸ ਟੈਸਟ ਕਰਦੇ ਆ, ਉਹਦਾ ਲੈਟਰਿਨ ਟੈਸਟ ਕਰਦੇ ਆ, ਫਿਰ ਉਸ ਲੈਟਰਿਨ ਨੂੰ ਟਿਊਬ ਪਾ ਕੇ ਅੰਦਰ ਦਿੰਦੇ ਆ। ਇਹ ਟਰੀਟਮੈਂਟ ਰਜਿਸਟਰ ਹੋ ਚੁੱਕੀ ਹੈ। ਯਾਨੀ ਕਿਸੇ ਹੋਰ ਦੀ ਪੱਟੀ ਉਹ ਬੰਦੇ ਦੇ ਮੂੰਹ ਦੇ ਰਾਹੀਂ ਉਹਦੇ ਸਰੀਰ ਦੇ ਅੰਦਰ ਭੇਜੀ ਜਾਂਦੀ ਹੈ। ਬਿਲਕੁਲ ਜਿੱਦਾਂ ਬਲੱਡ ਟ੍ਰਾਂਸਫਿਊਜ਼ਨ ਕਰਦੇ ਹਾਂ ਆਪਾਂ, ਖੂਨ ਦਿੰਦੇ ਹਾਂ, ਇੱਦਾਂ ਹੀ ਪੱਟੀ ਦਿੱਤੀ ਜਾਂਦੀ ਹੈ, ਪੱਟੀ ਖਵਾਈ ਜਾਂਦੀ ਹੈ ਟਿਊਬ 'ਚ ਪਾ ਕੇ, ਤਾਂ ਜਾ ਕੇ ਬੰਦਾ ਫਿਰ ਰਿਕਵਰ ਕਰਦਾ। ਹਾਲਾਂਕਿ ਉਹਦੀਆਂ ਆਪਣੀਆਂ ਪ੍ਰੋਬਲਮਸ ਨੇ, ਲੇਕਿਨ ਅਲਟੀਮੇਟਲੀ ਕੋਈ ਹੋਰ ਸੋਲਿਊਸ਼ਨ ਨਹੀਂ ਹੁੰਦਾ। ਹਾਲਾਂਕਿ ਪ੍ਰੋਬਾਇਓਟਿਕਸ ਆ ਗਏ ਹੈ, ਕੁਝ ਦਵਾਈਆਂ ਵੀ ਆਈਆਂ ਜਿਹੜੀਆਂ ਕਿ ਉਹਨਾਂ ਦੀ ਦਵਾਈਆਂ ਦੀ ਸ਼ਕਲ 'ਚ ਉਹ ਬੈਕਟੀਰੀਆ ਬਣ ਚੁੱਕੇ ਆ ਜਿਹੜੇ ਕਿ ਨੇਚੁਰਲੀ ਜਾਣੇ ਹੁੰਦੇ ਆ, ਲੇਕਿਨ ਉਹ ਜਿਹੜੀ ਸਾਇੰਸ ਹੈ ਦਵਾਈਆਂ ਦੀ ਸ਼ਕਲ 'ਚ ਬਣਾਉਣ ਵਾਲੀ, ਉਹ ਇੰਨੀ ਐਫੀਸ਼ੀਐਂਟ ਨਹੀਂ ਹੋਈ, ਉਨੀ ਜਿਹਨੂੰ ਕਹਿੰਦੇ ਆ ਕਾਰਗਰ ਨਹੀਂ ਹੁੰਦੀ। ਅਤੇ ਜਦੋਂ ਉਹ ਵੀ ਫੇਲ ਹੋ ਜਾਂਦੇ ਆ ਤਾਂ ਫਿਰ ਉਹ ਲੈਟਰਿਨ ਅਲਟੀਮੇਟਲੀ ਜਿਹੜੀ ਹੈ ਇੱਕੋ ਹੀ ਤਰੀਕਾ ਰਹਿ ਜਾਂਦਾ ਉਹਨਾਂ ਕੋਲ ਕਿ ਹੈਲਦੀ ਡੋਨਰ ਦੀ ਜਿਹੜੀ ਫੀਕਲ ਮੈਟਰ ਹੈ, ਉਹਦੀ ਲੈਟਰਿਨ ਹੈ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦਿੱਤੀ ਜਾਵੇ। ਤਾਂ ਉਹ ਕਹਿਣ ਦਾ ਮਤਲਬ ਇਹ ਹੈ ਕਿ ਇੰਨਾ ਜ਼ਿਆਦਾ ਅਨਨੈਚੁਰਲ ਟਰੀਟਮੈਂਟ ਕਰਨ ਨਾਲ ਨੇਚਰ ਡਾਇਨਿੰਗ ਡਿਸਟਰਬ ਹੁੰਦੀ ਹੈ ਕਿ ਫਿਰ ਉਹਨੂੰ ਫਿਰ ਨੇਚਰ 'ਤੇ ਵਾਪਸ ਜਾਣਾ ਪੈਂਦਾ। ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਨੇਚਰ ਦਾ ਅੰਦਰ ਇੱਕ ਇਕੋਲੋਜੀਕਲ ਬੈਲੈਂਸ ਹੈ। ਉਸ ਬੈਲੈਂਸ 'ਚ ਅਸੀਂ ਇੱਕ ਚੀਜ਼ ਹਾਂ, ਸਾਡੇ ਆਲੇ ਦੁਆਲੇ ਹਜ਼ਾਰਾਂ ਕਰੋੜਾਂ ਲੱਖਾਂ ਕਿਸਮ ਦੇ ਜੀਵ ਜੰਤੂ ਨੇ ਜਿਹਨਾਂ ਨਾਲ ਸਾਡਾ ਲੈਣ ਦੇਣ ਹੁੰਦਾ, ਜਿਹਨਾਂ ਨਾਲ ਸਾਡੀ ਹਵਾ ਸਾਂਝੀ ਹੈ, ਜਿਹਨਾਂ ਨਾਲ ਸਾਡਾ ਪਾਣੀ ਸਾਂਝਾ ਹੈ, ਜਿਹਨਾਂ ਨਾਲ ਸਾਡਾ ਫੂਡ ਸਾਂਝਾ ਹੈ। ਜਿਹੜਾ ਸਾਡੇ ਕਦੀ ਅੰਦਰ ਉਹਨਾਂ ਜੀਵਾਂ ਨੂੰ ਸਾਡੇ ਅੰਦਰ ਜਾਣ ਤੋਂ ਕੋਈ ਦੁਨੀਆ ਦੀ ਸ਼ਕਤੀ ਰੋਕ ਨਹੀਂ ਸਕਦੀ। ਆਪਾਂ ਗੱਲਾਂ ਕਰ ਰਹੇ ਹਾਂ, ਆਪਣੀ ਹਵਾ ਸਾਂਝੀ ਹੈ, ਮੇਰੇ ਬੈਕਟੀਰੀਆ ਵਾਇਰਸ ਤੁਹਾਡੇ ਅੰਦਰ ਜਾ ਰਹੇ, ਤੁਹਾਡੇ ਬੈਕਟੀਰੀਆ ਵਾਇਰਸ ਮੇਰੇ ਅੰਦਰ ਜਾ ਰਹੇ। ਤਾਂ ਇਹ ਕੋਈ ਦੁਨੀਆ ਦੀ ਸ਼ਕਤੀ ਇਹਨੂੰ ਇੱਕ ਦੂਜੇ ਤੋਂ ਲੈਣ ਦੇਣ ਤੋਂ ਨਹੀਂ ਰੋਕ ਸਕਦੀ, ਕਿਉਂਕਿ ਇੰਨੇ ਸੂਖਸ਼ਮ ਹੁੰਦੇ ਆ ਕਿ ਇਹ ਜਾਂਦੇ ਹੀ ਜਾਂਦੇ ਆ। ਤਾਂ ਉਹਨੂੰ ਜਿਹੜੇ ਲੋਕ ਸੋਚਦੇ ਆ ਕਿ ਅਸੀਂ ਮਾਸਕ ਲਾ ਲਾਂਗੇ, ਸੋਸ਼ਲ ਡਿਸਟੈਂਸਿੰਗ ਕਰ ਲਾਂਗੇ, ਇਸ ਵੇਲੇ ਇਹ ਸਾਰਾ ਸੱਚ ਕਿਤੇ ਨਾ ਕਿਤੇ ਉਹ ਸਾਨੂੰ ਬੇਫੂਲ ਕੀਤਾ ਜਾ ਰਿਹਾ। ਇਹ ਮਾਸ ਬੀਫੂਲਿੰਗ ਹੈ ਜਿਹੜੀ ਸਾਨੂੰ ਨੋਇੰਗਲੀ ਜਾਣਬੁੱਝ ਕੇ ਕੀਤੀ ਗਈ ਹੈ। ਉਹਨਾਂ ਦੇ ਆਪਣੇ ਪਰਪਸਿਸ ਨੇ, ਉਹ ਵੱਖਰੀ ਗੱਲ ਹੈ, ਲੇਕਿਨ ਉਹ ਕਾਮਯਾਬ ਇਸ ਕਰਕੇ ਹੋਏ ਹੈ ਕਿ ਅਸੀਂ ਉਸ ਸਾਇੰਸ ਤੋਂ ਅੱਜ ਵੀ ਅਣਜਾਣ ਹਾਂ। ਜਿਹੜੀ ਸਾਇੰਸ ਅੱਜ ਡਿਵੈਲਪ ਹੋ ਚੁੱਕੀ ਹੈ, ਇਹ ਮੈਂ ਜੋ ਬੋਲ ਰਿਹਾ ਇਹ ਕੋਈ ਮੇਰੀ ਕਾਢ ਨਹੀਂ ਹੈ, ਇਹ ਸਾਇੰਸ ਕਹਿੰਦੀ ਹੈ। ਕਿਤਾਬਾਂ ਛਪ ਚੁੱਕੀਆਂ ਨੇ, ਅਸੀਂ ਕਿਤਾਬਾਂ ਸ਼ੋਅ ਕਰ ਸਕਦੇ ਹਾਂ, ਉਹਦੀਆਂ ਰੈਫਰੈਂਸਿਸ ਦੇ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਇਹ ਸਾਰੀ ਸਾਇੰਸ ਜਿਹੜੀ ਹੈ ਅੱਜ ਇਹ ਇਸ ਲੈਵਲ ਤੱਕ ਡਿਵੈਲਪ ਹੋ ਚੁੱਕੀ ਹੈ, ਲੇਕਿਨ ਇਹਨੂੰ ਜਾਣ ਬੁੱਝ ਕੇ ਇਸ ਸਾਇੰਸ ਨੂੰ ਨਾ ਤਾਂ MBBS 'ਚ ਪੜ੍ਹਾਇਆ ਜਾਂਦਾ, ਨਾ MD 'ਚ ਪੜ੍ਹਾਇਆ ਜਾਂਦਾ। ਜਾਣ ਬੁੱਝ ਕੇ ਸਾਇੰਸ ਨੂੰ ਇੱਕ ਐਸੀ ਥਾਂ 'ਤੇ ਰੱਖਿਆ ਗਿਆ ਜਿਹੜੀ ਕਿ ਕੁਛ ਕੁ ਲੋਕਾਂ ਤੱਕ ਹੀ ਸੀਮਤ ਹੈ, ਕਿ ਕੁਛ ਜਿਹੜੀਆਂ ਰਿਸਰਚ ਇੰਸਟੀਚਿਊਟਸ ਨੇ ਉੱਥੋਂ ਤੱਕ ਹੀ ਸੀਮਤ ਹੈ। ਕਿਉਂਕਿ ਇਸ ਸਾਇੰਸ ਨੂੰ ਅਗਰ ਉਹਨਾਂ ਨੇ ਆਪਣੇ ਕਮਰਸ ਲਈ, ਧੰਦੇ ਲਈ ਵਰਤਣਾ ਹੈ ਤਾਂ ਉਹਨੂੰ ਇੱਕ ਸੀਕਰਟ ਰੱਖਣਾ ਉਹਨਾਂ ਲਈ ਬਹੁਤ ਜ਼ਰੂਰੀ ਹੈ। ਉਹ ਜੇ ਹਰ ਬੰਦਾ ਜਾਣ ਜਾਏਗਾ ਤਾਂ ਫਿਰ ਤਾਂ ਸਾਰਾ ਸਿਸਟਮ ਕਲੈਪਸ ਕਰ ਜਾਏਗਾ। ਜਿਹੜਾ ਕਿ ਅੱਜ ਜਿਹੜਾ ਅਸੀਂ ਕਰ ਰਹੇ ਹਾਂ ਕੰਮ, ਡਾਈਟ ਨਾਲ ਕਿਵੇਂ ਠੀਕ ਹੋਣਾ ਹੈ, ਕਿਵੇਂ ਤੁਸੀਂ ਨੈਚੁਰਲ ਲਾਈਫ ਸਟਾਈਲ ਨਾਲ ਕਿਵੇਂ ਠੀਕ ਹੋਣਾ, ਸਾਰਾ ਜਿਹੜਾ ਦੁਨੀਆ 'ਚ ਪਾਪੂਲਰ ਹੋ ਰਿਹਾ, ਅਤੇ ਅੱਜ ਨੇ ਤੁਹਾਡੀਆਂ ਨਕਲੀ ਦਵਾਈਆਂ ਫਾਰਮਾਸਿਊਟੀਕਲ ਬਿਜ਼ਨਸ ਦਾ ਸਾਰਾ ਫੇਲ ਹੋ ਰਿਹਾ। ਤਾਂ ਇਸੇ ਕਰਕੇ ਹੋ ਰਿਹਾ ਕਿ ਜਿਹੜਾ ਨਵੀਂ ਸਾਇੰਸ ਹੈ ਉਹਦੇ ਹਾਣ ਦੀ ਲਾਈਫ ਹੋਣੀ ਬਹੁਤ ਜ਼ਰੂਰੀ ਹੈ, ਕਿ ਉਹ ਅੱਜ ਸਾਨੂੰ ਉਸ ਲਾਈਫ ਦੇ ਜਿਹੜੀ ਨਵੀਂ ਅੰਡਰਸਟੈਂਡਿੰਗ ਹੈ ਉਹਦੇ ਹਾਣ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਹਾਣ ਦੇ ਅਸੀਂ ਨਹੀਂ ਹੋਵਾਂਗੇ ਤਾਂ ਸਾਨੂੰ ਅਨਨੈਸੈਸਰੀ ਲੋਕ ਦਵਾਈਆਂ ਖਵਾਈ ਜਾਣਗੇ, ਬਿਨਾਂ ਮਤਲਬ ਆਪਰੇਸ਼ਨ ਸਾਡੇ ਹੋਈ ਜਾਣਗੇ, ਬਿਨਾਂ ਮਤਲਬ ਦੇ ਸਾਨੂੰ ਲੋਕ ਬੇਵਕੂਫ ਬਣਾਈ ਜਾਣਗੇ। ਤਾਂ ਅੱਜ ਲੋੜ ਹੈ ਕਿ ਅਸੀਂ ਉਹਦੇ ਹਾਣ ਦੇ ਹੋਈਏ, ਕਿਉਂਕਿ ਸੱਚ ਜਦ ਤੱਕ ਅਸੀਂ ਠੀਕ ਨਹੀਂ ਸਮਝਾਂਗੇ ਤਾਂ ਉਹ ਸੱਚ ਨੂੰ ਬਦਲ ਨਹੀਂ ਸਕਦੇ ਆਪਾਂ। ਤਾਂ ਸੱਚ ਉਹ ਹੁੰਦਾ ਜਿਹੜਾ ਅੱਜ ਦੀ ਸਾਇੰਸ ਤੱਕ ਡਿਵੈਲਪ ਹੋ ਚੁੱਕਿਆ। ਪੁਰਾਣੇ ਸੱਚ ਦਾ ਕੋਈ ਮਤਲਬ ਨਹੀਂ ਹੁੰਦਾ, ਪੁਰਾਣਾ ਸੱਚ ਲੰਘ ਜਾਂਦਾ, ਉਹ ਜੀਵਨ ਕਦੀ ਵੀ ਪਾਸਟ 'ਚ ਨਹੀਂ ਹੁੰਦਾ, ਜੀਵਨ ਅੱਜ ਹੈ। ਤਾਂ ਅੱਜ ਜਿੱਥੇ ਅਸੀਂ ਖੜ੍ਹੇ ਹਾਂ ਉਸ ਵੇਲੇ ਦੀ ਸਾਇੰਸ ਜੋ ਡਿਵੈਲਪ ਹੋ ਚੁੱਕੀ ਹੈ, ਸਾਨੂੰ ਉਹਦੀ ਨੌਲੇਜ ਹੋਣੀ ਚਾਹੀਦੀ ਹੈ, ਉਹਦਾ ਗਿਆਨ ਹੋਣਾ ਚਾਹੀਦਾ, ਤਾਂ ਹੀ ਅਸੀਂ ਬਚਾਂਗੇ। ਨਹੀਂ ਤਾਂ ਮਿਸ ਇਨਫੋਰਮੇਸ਼ਨ ਇੰਨੀ ਹੈ, ਆਲੇ ਦੁਆਲੇ ਧੋਖਾ ਧੜੀ, ਝੂਠ, ਇੰਨਾ ਝੂਠ ਤੂਫਾਨ ਹੈ। ਮੁੱਖ ਧਾਰਾ ਮੀਡੀਆ ਰਾਹੀਂ ਲਗਾਤਾਰ 24 ਘੰਟੇ ਬੋਲਿਆ ਜਾ ਰਿਹਾ। ਤੁਸੀਂ ਆ ਜੋ ਮੁੱਖ ਧਾਰਾ ਚੈਨਲਾਂ ਕਰ ਰਹੀਆਂ ਨੇ, ਇਹ ਕਿਤੇ ਨਾ ਕਿਤੇ ਕੂੜ ਤੂਫਾਨ ਹੈ ਸਾਰਾ। ਉਹ ਫੂਡ ਬਾਰੇ ਹੈ, ਉਹ ਇਹ ਬਿਮਾਰੀਆਂ ਬਾਰੇ ਹੈ। ਤਾਂ ਸਾਰਾ ਕਿਤੇ ਨਾ ਕਿਤੇ ਉਹਦੇ 'ਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਇਸ ਸਾਇੰਸ ਨੂੰ ਪ੍ਰੋਪਰਲੀ ਸਮਝੀਏ,
मैं समझदा कि ये साडे वर्गे जिहड़े बंदे है ਜਿਹੜੇ पढ़े लिखे हैं साडा फर्ज बनता है कि ਅਸੀਂ ਇਹਨੂੰ लोक भाषा 'ਚ ਜਾ ਕੇ ਲੋਕਾਂ ਤੱਕ ਲੈ ਕੇ ਜਾਈਏ ਤਾਂ ਕਿ ਲੋਕਾਂ ਨੂੰ ਗੱਲ ਸਮਝ ਆਉਣੀ ਸ਼ੁਰੂ ਹੋਵੇ ਤੇ ਲੋਕ ਉਹ ਸੱਚ ਚੋਂ ਨਿਕਲ ਜਿਹੜਾ ਕਿ ਹੋ ਰਿਹਾ ਹੁਣ। ਤੁਸੀਂ ਦੇਖਿਆ ਹੋਣਾ, ਤੁਸੀਂ ਆਪ ਦੇਖਿਆ ਹੋਣਾ ਕਿ ਕਿਵੇਂ ਲੋਕ ਠੀਕ ਹੈ ਲੋਕਾਂ ਨੂੰ ਉੱਦਾਂ ਨਹੀਂ ਸਮਝ ਆ ਰਹੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਲੇਕਿਨ ਲੋਕਾਂ ਨੂੰ ਕਿਤੇ ਨਾ ਕਿਤੇ ਆਪਣੀ ਇੰਟਿਊਸ਼ਨ ਨਾਲ ਸਮਝ ਆ ਗਈ। ਤਾਂ ਹੀ ਤਾਂ ਦੇਖੋ ਕਿੰਨੇ ਕਿਸਾਨ ਅੰਦੋਲਨ ਹੋ ਰਹੇ ਆ, ਕੋਈ ਮਾਸਕ ਲਾ ਰਿਹਾ। ਲੋਕਾਂ ਨੂੰ ਫਿਰ ਤਜਰਬੇ 'ਚੋਂ ਸਮਝ ਆ ਗਈ ਵੀ ਜਿਹੜੀ ਹੈ ਇਹ ਐਵੇਂ ਝੂਠ ਝਾਟ ਜਾਈ ਹੈ, ਕਿਤੇ ਕੁਛ ਹੈ ਨਹੀਂ। ਮਤਲਬ ਜਿਹਨੂੰ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ, ਤਾਂ ਉਹ ਇਹ ਝੂਠ ਸ਼ਾਹੇ ਲੋਕਾਂ ਨੂੰ ਉੱਦਾਂ ਸਮਝ ਨਹੀਂ ਆਇਆ, ਨਾ ਵੀ ਆਇਆ ਹੋਵੇ ਤਾਂ ਵੀ ਲੋਕਾਂ ਨੇ ਆਪਣਾ ਇੱਕ ਪ੍ਰੈਕਟੀਕਲ ਵੇ ਕੱਢ ਲਿਆ। ਅਤੇ ਤੁਹਾਡੇ ਸਾਹਮਣੇ ਆ ਕਿੰਨੇ ਕੁ ਲੋਕ ਮਾਸਕ ਲਾ ਰਹੇ ਆ ਅੱਜ ਪੰਜਾਬ 'ਚ, ਕਿੰਨੇ ਕੁ ਲੋਕ ਮਾਸਕ ਲਾ ਰਹੇ ਆ, ਰੌਲੀ ਪਾਈ ਜਾਂਦੇ ਵੈਕਸੀਨ ਲਾਉਣਾ। ਲੇਕਿਨ ਉਹਦੇ 'ਚ ਕਿੰਨੇ ਬਿਹਾਰ ਦੀ ਇਲੈਕਸ਼ਨ ਹੋਈ, ਇਹਨਾਂ ਨੇ ਆਪਣੀਆਂ ਰੈਲੀਆਂ ਕੀਤੀਆਂ, ਸਾਰਾ ਅੰਦੋਲਨ ਹੋ ਰਿਹਾ। ਹੁਣ ਯੂਪੀ 'ਚ ਵੀ ਸ਼ੁਰੂ ਹੋ ਗਿਆ, ਹਰਿਆਣੇ 'ਚ ਵੀ ਸ਼ੁਰੂ ਹੋ ਗਿਆ, ਲੱਖਾਂ ਕਰੋੜਾਂ ਲੋਕ ਬਾਹਰ ਮਹਾਂ ਪੰਚਾਇਤਾਂ ਹੋ ਰਹੀਆਂ ਨੇ। ਕੋਈ ਤੁਹਾਨੂੰ ਦੇਖਿਆ ਕਦੋਂ ਇੰਨੀ ਦਿੱਕਤ ਮਾਸਕ ਲਾਈ ਹੋਵੇ ਕਿਸੇ ਨੇ? ਇਹ ਹੋ ਤਾਂ ਕਿਵੇਂ ਦੋ ਗੱਲਾਂ ਬਿਲਕੁਲ ਦੋ ਦੁਨੀਆਂ ਵੱਖਰੀਆਂ ਨੇ। ਲੋਕਾਂ ਦੀ ਦੁਨੀਆ ਵੱਖਰੀ ਹੈ, ਚੈਨਲਾਂ ਦੀ ਦੁਨੀਆ ਵੱਖਰੀ ਹੈ। ਅਤੇ ਇਹ ਕਿਤੇ ਨਾ ਕਿਤੇ ਇਸ ਕਰਕੇ ਵੱਖਰੀਆਂ ਨੇ ਕਿ ਚੈਨਲਾਂ ਨੇ ਇੱਕ ਬਹੁਤ ਵੱਡਾ ਝੂਠ ਜਿਹੜਾ ਹੈ ਉਹ ਸਾਡੇ ਉੱਪਰ ਠੋਸਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਆਪਣਾ ਏਜੰਡਾ, ਉਹਦੇ ਤਹਿਤ ਉਹ ਠੋਸ ਰਹੇ ਆ। ਸੋ ਸਾਨੂੰ ਇਹ ਬਚਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਵਿਗਿਆਨਕ ਪੱਖ ਤੋਂ ਆਪਣਾ ਮਾਈਂਡ ਜਿਹੜਾ ਵਿਗਿਆਨਕ ਕਰੀਏ, ਸਾਇੰਟੀਫਿਕ ਮਾਈਂਡ ਬਣਾਈਏ ਔਰ ਸਾਇੰਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਡਾਕਟਰ ਸਾਹਿਬ, ਇੱਕ ਗੱਲ ਜਿਹੜੀ ਆਮ ਤੌਰ 'ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਪ੍ਰਚਾਰ ਕੀਤੀ ਜਾਂਦੀ ਹੈ ਚੈਨਲਾਂ ਵੱਲੋਂ ਵੀ, ਹੋਰ ਪ੍ਰਚਾਰ ਮਾਧਿਅਮਾਂ ਰਾਹੀਂ ਵੀ, ਅਤੇ ਆਪਾਂ ਵੀ ਆਲੇ ਦੁਆਲੇ ਦੇਖਦੇ ਹਾਂ ਸਾਰੇ ਪਾਸੇ ਕਿ ਇਮਿਊਨ ਸਿਸਟਮ, ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਿਸਟਮ ਨੂੰ ਵਧਾਉਣ ਲਈ ਚਵਨਪ੍ਰਾਸ਼ ਖਾਓ ਜੀ, ਤੁਸੀਂ ਆਹ ਚੀਜ਼ ਖਾਓ ਜੀ, ਤੁਹਾਡਾ ਇਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੱਧ ਜਾਏਗਾ, ਆਹ ਦਵਾਈ ਖਾਓ ਇਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੱਧ ਜਾਏਗਾ। ਕੋਈ ਇਸ ਤਰ੍ਹਾਂ ਦੀ ਵੀ ਸੱਚਾਈ ਹੈ ਜੀ? ਹਾਂ, ਨਹੀਂ, ਉਹ ਤਾਂ ਆਯੁਰਵੇਦ ਦਾ ਪਾਰਟ, ਜੋ ਆਯੁਰਵੇਦ ਦਾ ਪਾਰਟ ਹੈ ਨਾ, ਆਯੁਰਵੇਦ ਇਸ ਮਾਮਲੇ 'ਚ ਬਹੁਤ ਵਧੀਆ। ਆਯੁਰਵੇਦ ਐਲੋਪੈਥੀ ਦੇ ਮੁਕਾਬਲੇ 'ਚ ਇਸ ਫੀਲਡ ਦੇ ਅੰਦਰ ਬਹੁਤ ਹੀ ਸੁਪਰਬ ਹੈ, ਕਿਉਂਕਿ ਉਸ ਵੇਲੇ ਦੀ ਜਿਹੜੀ ਲੋਕਾਂ ਦੀ ਅੰਡਰਸਟੈਂਡਿੰਗ ਸੀਗੀ, ਸਾਡੇ ਉਹ ਰਿਸ਼ੀ ਮੁਨੀ ਸੀਗੇ, ਸਾਡੇ ਪੁਰਾਣੇ ਬਜ਼ੁਰਗ ਸੀਗੇ, ਉਸ ਵੇਲੇ ਕੋਈ ਧੰਦਾ ਨਹੀਂ ਸੀਗਾ। ਉਹਨਾਂ ਨੇ ਆਪਣੀ ਜੀਵਨ ਦੇ ਸਟਰਗਲ 'ਚੋਂ ਕੁਛ ਗੱਲਾਂ ਸਿੱਖੀਆਂ ਕਿ ਆਹ ਫੂਡ ਆਈਟਮਸ ਜ਼ਿਆਦਾ ਬੰਦੇ ਨੂੰ ਸਿਹਤਮੰਦ ਰੱਖਦੀਆਂ ਨੇ, ਆਹ ਮੈਡੀਸਨਲ ਪਲਾਂਟਸ ਜਿਹੜੇ ਨੇ, ਦਵਾ ਪੌਦੇ ਨੇ, ਇਹ ਉਹਨਾਂ ਦਵਾ ਪੌਦਿਆਂ 'ਤੇ ਬੇਸਡ ਫਿਰ ਅੱਗੇ ਕੁਛ ਜਿਵੇਂ ਚਵਨਪ੍ਰਾਸ਼ ਹੋ ਗਿਆ ਜਾਂ ਕੁਛ ਕਾੜੇ ਹੋ ਗਏ ਜਾਂ ਕੁਛ ਦਵਾਈਆਂ ਹੋ ਗਈਆਂ ਜਿਹੜੀਆਂ ਉਹ ਪੌਦਿਆਂ 'ਤੇ ਆਧਾਰਿਤ ਨੇ, ਉਹ ਕਿਤੇ ਜ਼ਿਆਦਾ ਸਾਇੰਟੀਫਿਕ ਨੇ ਐਜ਼ ਕੰਪੇਅਰ ਟੂ ਜਿਹੜੀਆਂ ਕੈਮੀਕਲ ਅਸੀਂ ਖਵਾ ਰਹੇ ਹਾਂ, ਐਂਟੀਵਾਇਰਲ ਦੇ ਰਹੇ ਹਾਂ, ਮਲੇਰੀਆ ਦੀਆਂ ਦਵਾਈਆਂ ਦੇ ਜਾਂਦੇ ਹਾਂ ਜਾਂ ਹੋਰ ਜਿਹੜੀਆਂ ਕੈਮੀਕਲ ਨੇ, ਤਾਂ ਉਹਨਾਂ ਦੇ ਮੁਕਾਬਲੇ 'ਚ ਬਹੁਤ ਸਾਇੰਟੀਫਿਕ ਨੇ। ਅਤੇ ਉਹਨਾਂ ਜੇ ਅਗਰ ਥੋੜ੍ਹਾ ਬਹੁਤ ਹੈਲਪ ਲੈਣੀ ਵੀ ਪੈ ਜੇ, ਵੈਸੇ ਤਾਂ ਕੋਈ ਜ਼ਰੂਰਤ ਨਹੀਂ ਪੈਂਦੀ। ਉਹ ਸਿੰਪਲ ਜਿਹੀਆਂ ਚੀਜ਼ਾਂ ਜਿਹੜੀ ਸਾਡੇ ਆਲੇ ਦੁਆਲੇ ਨੇ ਉਹੀ ਬਹੁਤ ਹੁੰਦੀਆਂ ਨੇ। ਜੇ ਸਾਡੇ ਘਰ 'ਚ ਮਸਾਲੇ ਪਏ ਹੈ, ਆਲੇ ਦੁਆਲੇ ਜਿਹੜੀਆਂ ਬੂਟੀਆਂ ਨੇ, ਆਪਣਾ ਖਾਣ ਪੀਣ ਹੈ, ਰਹਿਣ ਸਹਿਣ ਹੈ, ਉਹ ਸਾਰਾ ਠੀਕ ਹੋਵੇ ਤਾਂ ਕੋਈ ਲੋੜ ਹੀ ਨਹੀਂ ਪੈਂਦੀ ਖੁਸ਼ ਰਹਿਣਾ ਜਿਹੜਾ ਹੈ ਜੇ ਤਣਾਅ 'ਚ ਡਰ ਗਏ ਬੰਦੇ, ਡਰ ਕੇ ਤਾਂ ਬੰਦੇ ਦਾ ਮੂੰਹ ਹੀ ਬੰਦਾ ਡਹਿਲ ਕੇ ਮਰ ਜਾਂਦਾ। ਤਾਂ ਇਹ ਕਿਤੇ ਨਾ ਕਿਤੇ ਉਹ ਜਿਹੜਾ ਆਯੁਰਵੇਦ ਹੈ ਸਾਡਾ ਹੈ, ਯੋਗਾ ਹੈ, ਨੈਚੁਰੋਪੈਥੀ ਹੈ, ਇਹ ਕਿਤੇ ਜ਼ਿਆਦਾ ਸਾਇੰਟੀਫਿਕ ਨੇ ਐਜ਼ ਕੰਪੇਅਰ ਟੂ ਮਾਡਰਨ ਮੈਡੀਸਨ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ। ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਦੱਸਿਆ ਕਿ ਬੋਡੀ ਦਾ ਇਮਿਊਨ ਸਿਸਟਮ ਯਾਨੀ ਬਿਮਾਰੀਆਂ ਨਾਲ ਲੜਨ ਦਾ ਜਿਹੜਾ ਸਿਸਟਮ ਹੈ ਉਹ ਕੀ ਹੈ, ਕਿਸ ਤਰ੍ਹਾਂ ਇਹ ਕੰਮ ਕਰਦਾ ਹੈ, ਕਿਹੜੇ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਵਧਾਇਆ ਜਾ ਸਕਦਾ ਹੈ, ਕਿੱਦਾਂ ਇਹ ਘਟਦਾ ਕਿਸ ਤਰ੍ਹਾਂ ਹੈਗਾ ਸਰੀਰ ਦੇ ਅੰਦਰ। ਆਪਾਂ ਨੂੰ ਲੱਗਦਾ ਵੀ ਇਹ ਘਟ ਗਿਆ, ਲੇਕਿਨ ਹੁੰਦਾ ਉਨਾ ਹੀ ਹੈ। ਉਹਦੀ ਥਾਂ ਜਿਹੜੀ ਹੈ ਕੁਛ ਹੋਰ ਜਿਹੜੇ ਬੈਕਟੀਰੀਆ ਸਾਡੇ ਨਾਲ ਅੰਦਰ ਆ ਜਾਂਦੇ ਨੇ, ਜਿਹੜੇ ਸਾਡੇ ਦੁਸ਼ਮਣ ਹੁੰਦੇ ਨੇ। ਉਹ ਕੁਛ ਸਿਸਟਮ ਦੇਰ ਬਾਅਦ ਜਿਹੜਾ ਉਹ ਕੁਛ ਅਲਾਮਤਾਂ ਪੈਦਾ ਕਰਕੇ ਉਸ ਨੂੰ ਜਿਹੜਾ ਫਿਰ ਉਸੇ ਤਰ੍ਹਾਂ ਬੋਡੀ ਦੇ ਅੰਦਰ ਜਿਹੜਾ ਉਹ ਸੈੱਟ ਹੋ ਜਾਂਦਾ। ਅਤੇ ਕਦੇ ਵੀ ਜਿਹੜਾ ਉਹ ਇਮਿਊਨ ਸਿਸਟਮ ਜਿਹੜਾ ਉਹ ਮਰਦਾ ਨਹੀਂ ਹੈ। ਜੇ ਮਰਦਾ ਕਦੇ ਬਿਲਕੁਲ ਘਟ ਜਾਂਦਾ ਤਾਂ ਉਹਦਾ ਜਿਹੜਾ ਉਸ ਨੂੰ ਜਿਹੜਾ ਸਰੀਰ ਨੂੰ ਦੂਸਰੇ ਇਨਸਾਨ ਦੀ ਪੋਟੀ ਤੱਕ ਜਿਹੜੀ ਉਹ ਖਵਾ ਕੇ ਅਤੇ ਫਿਰ ਉਸ ਨੂੰ ਠੀਕ ਕੀਤਾ ਜਾ ਸਕਦਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਇਸ ਬਾਬਤ ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮਹਿਮਾਨ ਦੇ ਨਾਲ, ਇੱਕ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।